ਅਸੀਂ ਅਕਸਰ ਦੁਨੀਆ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਸਰਦਾਰਾਂ ਦਾ ਡੰਕਾ ਵੱਜਦਾ। ਉਹ ਸਰਦਾਰ ਸਾਹਿਬ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਦਾ ਯੂਐਨਓ ਤੱਕ ਡੰਕਾ ਵੱਜਦਾ ਤੇ ਆਖਰਕਾਰ ਪਿਆਰਾ ਉਹਨਾਂ ਨੂੰ ਇੰਡੀਆ ਹੀ ਆ। ਇਹ ਜਿਹੜੇ ਤੁਹਾਨੂੰ ਵਿਜ਼ੂਅਲ ਦਿਖਾ ਰਹੇ ਹਾਂ ਕਿਸੇ ਹੋਟਲ ਦੇ ਨਹੀਂ ਬਲਕਿ ਇਹ ਸਰਦਾਰ ਸਾਹਿਬ ਦੇ ਘਰ ਦੇ ਨੇਗੇ ਜਿੱਥੇ ਅੱਜ ਉਹ ਰਹਿ ਰਹੇ ਨੇਗੇ। लुधियाने ते एक छोटे ਜਿਹੇ ਪਿੰਡ 'ਚ ਉੱਠ ਕੇ ਕਿਵੇਂ शुरुआत करी। इंसान अपने आप ਨੂੰ ਸਿਆਣਾ ਕਹਿਣ ਲੱਗ ਜਾਂਦਾ। इंसान ਦੀ ਸਿਆਣਪ ਕਿਤੇ ਕੰਮ ਨਹੀਂ ਹੁੰਦੀ। ਇਹ ਤਾਂ ਕਹਿੰਦੇ ਜਿਹਦੇ ਘਰ ਜਾਣੇ ਵਾਲੇ ਕਮਲੇ ਵੀ ਸਿਆਣੇ। ਗੱਲ ਇਹ ਆ ਪਰਮਾਤਮਾ ਦੀ ਜੇ ਨਿਗਾਹ ਸਿੱਧੀ ਆ ਨਾ ਤਾਂ ਸਭ ਕੁਝ ਠੀਕ ਹੈ। शुरुआत जे कहिए कि जो पुराने दौर की गल करते उदों जिवें कहते होंदे सी जिवें हुण दे लोग कहंदे यार पुराने तो सारे गरीब होंदे सीगे, फिर हौली हौली बंदे अगे अमीर भी बने, उन्हां दीयां मिहनतां सी, उन्हां दे लक सीगे नाल। तुहाडे ग्रैंडफादर होरां ने शुरुआत कित्थों करी सीगी? अंग्रेज टेस्ट लैंदे सी इत्थे कि जे अंग्रेजी लिखनी आउंदी होवे ABCD ते 1 to 10 ਉਹ ਤੁਹਾਨੂੰ ਅਫਰੀਕਾ 5 ਰੁਪਏ ਲੈਂਦੇ ਸੀ ਤੇ ਬੰਬੇ ਤੋਂ ਤੁਹਾਡਾ ਪਾਸਪੋਰਟ ਬਣਾ ਕੇ ਤੁਹਾਨੂੰ ਸਮੁੰਦਰੀ ਜਹਾਜ਼ ਦੇ ਵਿੱਚ ਚੜਾ ਦਿੰਦੇ। 1965 ਦੇ ਵਿੱਚ ਪਹਿਲੀ ਮਿਲ ਸਾਡੇ ਪਰਿਵਾਰ ਨੇ ਖਰੀਦੀ। ਬਸ ਫਿਰ ਪਰਮਾਤਮਾ ਨੇ ਐਸੀ ਕਹਿੰਦੇ ਮਿਹਰ ਕੀਤੀ। ਤੇ ਮੇਰੇ ਗ੍ਰੈਂਡਫਾਦਰ ਮੇਰੇ ਫਾਦਰ ਨੂੰ ਕਹਿੰਦੇ ਕਿ ਇੱਕ ਫੈਮਿਲੀ ਆਪਾਂ ਇੰਡੀਆ ਸ਼ਿਫਟ ਹੋ ਜਾਓ ਜਾਂ UK ਸ਼ਿਫਟ ਹੋ ਜਾਓ। ਸੋ ਫਾਦਰ ਮੇਰੇ UK ਗਏ। ਮੇਰੇ ਫਾਦਰ ਨੂੰ UK ਪਸੰਦ ਨਹੀਂ ਆਇਆ। ਮੇਰੇ ਗ੍ਰੈਂਡਫਾਦਰ ਨੇ ਕਹਿੰਦੇ ਵੀ ਮੈਂ UK ਨਹੀਂ ਰਹਿਣਾ, ਮੈਂ ਤਾਂ ਇੰਡੀਆ ਜਾ ਕੇ ਰਹੂੰਗਾ। ਤਾਂ ਜਿਹੜਾ ਸੋਚਦੇ ਆ UK ਅਗਲਾ ਕਹਿੰਦਾ ਵੀ ਸਾਡਾ ਬੇਸ਼ੱਕ ਕੁਛ ਮਰਜ਼ੀ ਲੱਗ ਜਾਏ, ਜੇ ਕੋਈ ਸਾਨੂੰ UK ਲੈ ਜਾਏ। ਤੁਸੀਂ ਲੱਤ ਮਾਰੇ ਉਦੋਂ ਹਾਂਜੀ, ਮੇਰੇ ਫਾਦਰ ਹੋਣਾ ਕੋਲ ਬ੍ਰਿਟਿਸ਼ ਪਾਸਪੋਰਟ ਸੀ, ਮੇਰੇ ਮਦਰ ਕੋਲ ਬ੍ਰਿਟਿਸ਼ ਪਾਸਪੋਰਟ ਸੀਗਾ। ਸਾਨੂੰ ਕੋਈ ਦਿੱਕਤ ਨਹੀਂ ਸੀਗੀ। ਕੀਨੀਆ 'ਚ ਬ੍ਰਿਟਿਸ਼ ਰੂਲ ਸੀਗਾ, ਪਰ ਉਹਨਾਂ ਨੂੰ ਬਿਲਕੁਲ UK ਪਸੰਦ ਨਹੀਂ ਆਇਆ ਜੀ। ਉਦੋਂ ਉਹਨਾਂ ਜ਼ਮਾਨੇ UK ਦੇ ਤੁਸੀਂ ਹੈਰਾਨ ਹੋਗੇ। ਮੇਰੇ ਫਾਦਰ ਸਾਹਿਬ ਦੱਸਦੇ ਆ ਕਿ ਘਰਾਂ 'ਚ ਬਾਥਰੂਮ ਨਹੀਂ ਹੁੰਦੇ ਸੀਗੇ। ਤੁਹਾਨੂੰ ਸਵੇਰੇ ਤੁਸੀਂ ਆਪਣੇ ਘਰ 'ਚੋਂ ਨਿਕਲੋ ਤੇ ਪੇਡ ਬਾਥਰੂਮ ਸੀਗੇ, ਜਾ ਕੇ ਉੱਥੇ ਤੁਸੀਂ ਕੁਝ ਸੈਂਟ ਦਿਓ ਤੇ ਬਾਥਰੂਮ ਯੂਜ਼ ਕਰੋ, ਕੁਝ ਸੈਂਟ ਦਿਓ ਤੇ ਨਹਾ ਕੇ ਆਓ। ਸਾਨੂੰ ਅਫਰੀਕਾ ਨਾਲੋਂ ਤਾਂ ਵਧੀਆ ਜਗ੍ਹਾ ਕੋਈ ਨਹੀਂ ਮਿਲੀ, ਪਰ ਲੰਡਨ ਨਾਲੋਂ ਸਾਨੂੰ ਇੰਡੀਆ ਬੈਟਰ ਲੱਗੀ। ਅਫਰੀਕਾ ਵਿੱਚ ਇਹ ਹੈ ਕਿ ਸੱਚੀ ਫਰੈਂਕਲੀ ਸਪੀਕਿੰਗ ਲੋਕਾਂ ਨੇ ਘਰ 50,000 ਲੱਖ ਰੁਪਇਆ ਰੱਖਿਆ ਹੁੰਦਾ ਵੀ ਜੇ ਚੋਰ ਆ ਜਾਣ ਤਾਂ ਉਹਨਾਂ ਨੂੰ ਕਹਿੰਦੇ ਵੀ ਆ ਲਓ। ਚੋਰਾਂ ਵਾਸਤੇ ਘਰ ਪੈਸੇ ਰੱਖੇ ਹੁੰਦੇ ਆ। UN ਦਾ ਤੁਸੀਂ ਪਾਰਟ ਬਣੇ, ਜਦੋਂ ਤੁਸੀਂ ਆਪਦੇ ਬਿਜ਼ਨਸ 'ਚ ਇੰਨੇ ਬਿਜ਼ੀ ਹੋਵੋਗੇ ਤੇ ਇਸ ਪਾਸੇ ਫਿਰ ਟਾਈਮ ਕੱਢਣ ਦੀ ਕਿਵੇਂ ਸੋਚੀ ਕਿ ਆਖਰਕਾਰ ਠੀਕ ਹੈ, ਤੇ ਨਾਲ ਹੀ ਦਾ ਪਾਰਟ ਵੀ ਕਿਵੇਂ ਬਣੇ ਫਿਰ ਤੁਸੀਂ? ਜਿਸ ਬੰਦੇ ਨੂੰ ਪਰਮਾਤਮਾ ਤੇ ਭਰੋਸਾ ਆ ਉਹਨੂੰ ਉਹ ਲੈ ਲੈਂਦੇ ਆ। ਉਹਨੂੰ ਕੁਝ ਕਸਮਾਂ ਖਿਲਾਉਂਦੇ ਨੇ। ਇੱਕ ਉਹਨੂੰ ਇਹ ਕਹਿੰਦੇ ਆ ਕਿ ਪਬਲਿਕਲੀ ਤੁਸੀਂ ਪੋਲੀਟਿਕਸ ਤੇ ਰਿਲੀਜਨ ਡਿਸਕਸ ਨਹੀਂ ਕਰੋਗੇ ਐਂਡ ਤੁਸੀਂ ਬਿਲੀਵ ਨਹੀਂ ਕਰੋਗੇ। ਜਿਹੜਾ ਇਨਸਾਨ ਪਬਲਿਕਲੀ ਪੋਲੀਟਿਕਸ ਤੇ ਰਿਲੀਜਨ ਨਾ ਡਿਸਕਸ ਕਰੇ ਉਹ ਉਸ ਤੋਂ ਸੁਖੀ ਬੰਦਾ ਕੋਈ ਨਹੀਂ। ਦੇਖਿਆ ਜੀ ਰੁੰਟਾ ਜੀ, ਜਿਵੇਂ
ਉਰੋਂ ਤੁਸੀਂ ਪੰਜਾਬ ਤੋਂ ਚਲੇ ਗਏ ਅਫਰੀਕਾ, ਉਸ ਤੋਂ ਬਾਅਦ ਫਿਰ ਤੁਸੀਂ ਇੰਡੀਆ ਮੂਵ ਹੋ ਗਏ, ਅਲੱਗ-ਅਲੱਗ ਦੇਸ਼ਾਂ 'ਚ ਤੁਸੀਂ ਘੁੰਮੇ। ਸਰਦਾਰੋਂ ਇਸ ਬਾਰੇ ਚਰਚਾ ਹੁੰਦੀ ਹੈ, ਗੱਲ ਹੁੰਦੀ ਹੈ? ਤੁਸੀਂ ਮੰਨੋਗੇ ਨਹੀਂ, ਮੈਂ ਫਸਟ ਸਿੱਖ ਗ੍ਰੈਂਡ ਮਾਸਟਰ ਆਫ ਦੀ ਵਰਲਡ ਹੈ। ਤੇ ਟਰਬਨ ਗ੍ਰੈਂਡ ਮਾਸਟਰ ਦੇ ਨਾਮ ਤੇ ਮਸ਼ਹੂਰ ਹੈ ਮੈਂ, ਕਿ ਮੈਂ ਵੇਅਰ ਮਾਈ ਟਰਬਨ। ਮੈਨੂੰ 6.5 ਮਿਲੀਅਨ ਫ੍ਰੀਮੇਸਨ ਹੈ ਵਰਲਡ ਵਿੱਚ, ਤੇ ਜਿੱਚੋਂ 2 ਮਿਲੀਅਨ ਬੰਦਾ ਮੈਨੂੰ ਸਿਰਫ ਇਸ ਕਰਕੇ ਜਾਣਦਾ। ਮੈਕਸਿਮਮ ਜੇ ਕੋਈ ਪਪੂਲੈਰਿਟੀ ਕਿਸੇ ਗ੍ਰੈਂਡ ਮਾਸਟਰ ਦੀ ਹੈਗੀ ਹੈ ਦੁਨੀਆ 'ਚ ਤਾਂ ਉਹ ਮੇਰੀ ਰਹੀ ਹੈ, ਬਟ ਉਹ ਰਹੀ ਬਿਕੋਜ਼ ਆਫ ਮਾਈ ਟਰਬਨ। ਤੇ ਮਤਲਬ ਇਸ ਪੱਗ ਨੇ ਜਾਂ ਕਹਿ ਲਓ ਇਸ ਟਰਬਨ ਨੇ ਜੋ ਸ਼ਾਨ ਸ਼ੌਕਤ ਦਿਖਾਈ ਹੈ ਦੁਨੀਆ 'ਚ, ਉਹ ਜੇ ਪੱਗ ਨਾ ਹੁੰਦੀ ਤਾਂ ਉਹ ਸ਼ਾਨ ਸ਼ੌਕਤ ਦਿਖਣੀ ਨਹੀਂ ਸੀ। ਬਹੁਤ ਸਾਰੇ ਮੁੰਡੇ ਅਸੀਂ ਜਿਵੇਂ ਦੇਖਦੇ ਹਾਂ ਵੀ ਵਾਲ ਕਟਾ ਦੇਣੇ ਨੇ, ਉੱਥੇ ਜਾ ਕੇ ਬਾਹਰ ਜਾ ਕੇ ਬਿਲਕੁਲ ਹੋਲੀਆ ਹੀ ਚੇਂਜ ਕਰ ਲੈਣਾ। ਤੁਸੀਂ ਤਾਂ ਇੰਨੀ ਥਾਵੇਂ ਘੁੰਮਿਆ, ਇਹ ਚੀਜ਼ ਕਦੇ ਮਹਿਸੂਸ ਨਹੀਂ ਹੋਈ? ਕਦੇ ਲੱਗਿਆ ਨਹੀਂ ਮਨ ਨੂੰ ਵੀ ਯਾਰ ਮੈਂ ਵੀ ਚੇਂਜ ਕਰਕੇ ਦੇਖਾਂ? ਪਰਸੋਂ ਇੱਕ ਗੋਰੇ ਨੇ ਮੈਨੂੰ ਮੈਸੇਜ ਕੀਤਾ ਕਿ ਸਰ ਪਲੀਜ਼ ਪੁੱਟ ਮੀ ਔਨ ਯਰ WhatsApp, ਆਈ ਐਮ ਕਨਵਰਟਿੰਗ ਮਾਈ ਰਿਲੀਜਨ। ਪੂਰੀ ਜ਼ਿੰਦਗੀ ਜਿਵੇਂ ਕਹੀਏ ਕਿ ਤੁਸੀਂ ਹਰ ਇੱਕ ਚੀਜ਼ ਦੇਖੀ, ਘੁੰਮਣ ਫਿਰਨ ਤੋਂ ਲੈ ਕੇ ਪੈਸੇ ਤੋਂ ਲੈ ਕੇ, ਕਿਸੇ ਚੀਜ਼ ਦਾ ਸ਼ਿਕਵਾ ਰਿਹਾ ਕਦੇ ਕਿ ਆਖਰਕਾਰ ਇਹ ਚੀਜ਼ ਜੇ ਰਹਿ ਜਾਵੇ? ਵੈਸੇ ਤਾਂ ਪੁੱਛਣਾ ਬੜੀ ਬੇਮਾਨੀ ਜੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਬੰਦੇ ਦੀਆਂ ਇੱਛਾਵਾਂ ਕਹਿੰਦੇ ਮੁੱਕਦੀਆਂ ਨਹੀਂ ਹੁੰਦੀਆਂ। ਤੁਹਾਡੇ ਕੋਲ ਪੈਸਾ ਹੋਵੇ ਤੇ ਤੁਹਾਡੇ ਕੋਲ ਜਿੰਨਾ ਮਰਜ਼ੀ, ਜੇ ਤੁਹਾਡੇ ਕੋਲ ਕੋਈ ਡ੍ਰੀਮ ਨਹੀਂ ਨਾ ਹੈਗੀ ਤਾਂ ਤੁਸੀਂ ਯੂ ਆਰ ਜ਼ੀਰੋ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਅਸੀਂ ਅਕਸਰ ਦੁਨੀਆ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਸਰਦਾਰਾਂ ਦਾ ਡੰਕਾ ਵੱਜਦਾ, ਤੇ ਉਸੇ ਦੇ ਵਿੱਚੋਂ ਹੀ ਇੱਕ ਤੁਹਾਨੂੰ ਕਹਾਣੀ ਅੱਜ ਜਿਹੜੀ ਦਿਖਾਵਾਂਗੇ ਜਾਂ ਸੁਣਾਵਾਂਗੇ, ਤੇ ਉਹ ਸਰਦਾਰ ਸਾਹਿਬ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਦਾ UNO ਤੱਕ ਡੰਕਾ ਵੱਜਦਾ, ਤੇ ਆਖਰਕਾਰ ਪਿਆਰਾ ਉਹਨਾਂ ਨੂੰ ਇੰਡੀਆ ਹੀ ਆ। ਤੇ ਨਾਲ ਹੀ ਜੇ ਕਿਹਾ ਜਾਏ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੀ ਧਰਤੀ ਦੇ ਨਾਲ ਪਿਆਰ ਕਰਿਆ, ਤਾਂ ਮਿਹਨਤ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਕਿ ਅੱਜ ਅਰਬਾਂ ਖਰਬਾਂ ਦੇ ਤਾਂ ਉਹ ਮਾਲਕ ਹੈਗੀ ਨੇ, ਪਰ ਆਪਦੀ ਧਰਤੀ ਨੂੰ ਵੀ ਹੋਰ ਨਹੀਂ ਪਿਆਰ ਕਰਦੇ ਨੇ। ਅਸੀਂ ਪਹੁੰਚੇ ਹਾਂ ਹਰਚੰਦ ਸਿੰਘ ਰਣੌਤਾ ਦੇ ਘਰੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਕਿ ਆਖਰਕਾਰ ਜਿਹੜੀ ਅੱਜ ਇਹ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਆ, ਉਹਦੇ ਪਿੱਛੇ ਦੀ ਕਿੱਡੀ ਮਿਹਨਤੀ ਕਹਾਣੀ ਹੈ। ਬਜ਼ੁਰਗਾਂ ਦੇ ਉਹਨਾਂ ਦੇ ਕਿਸ ਤਰ੍ਹਾਂ ਦੇ ਕੰਮਕਾਜ ਸੀ। ਮੋਟੇ ਤੌਰ ਤੇ ਤੁਹਾਨੂੰ ਦੱਸ ਦਈਏ ਤਾਂ ਅੱਜ ਇਹਨਾਂ ਦੀਆਂ ਲੋਹੇ ਦੀਆਂ ਖਾਨਾਂ ਨੇ ਤੇ ਨਾਲ ਹੀ ਲੱਕੜ ਦੇ ਵੱਡੇ ਕਾਰੋਬਾਰ ਨੇ। ਸਾਊਥ ਅਫਰੀਕਾ ਅਤੇ ਇੰਡੀਆ ਦੇ ਵਿੱਚ ਵੱਡਾ ਨਾਮ ਕਮਾਉਣ ਵਾਲੇ, ਤੇ ਨਾਲ ਹੀ UNO ਨੇ ਆਖਰਕਾਰ ਕਿਸ ਤਰ੍ਹਾਂ ਦੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ, ਇਹ ਗੱਲ ਕਰਾਂਗੇ ਉਹਨਾਂ ਦੇ ਨਾਲ। ਤੇ ਨਾਲ ਚੱਲਦੇ ਹਾਂ ਫਿਰ ਉਹਨਾਂ ਨਾਲ ਗੱਲ ਕਰਾਂਗੇ ਕਿ ਆਖਰ ਇਹ ਸਾਰੀ ਸ਼ੁਰੂਆਤ ਹੋਈ ਕਿਵੇਂ ਸੀ। ਕਿਉਂਕਿ ਜਦੋਂ ਅਸੀਂ ਅਮੂਮਨ ਤੌਰ ਤੇ ਅਸੀਂ ਦੇਖਦੇ ਆਂਗੇ ਕਿ ਬਾਹਰ ਜਦੋਂ ਕੋਈ ਜਾਂਦਾ, ਵਿਦੇਸ਼ ਜਾਂਦਾ, ਤਾਂ ਆਖਰ ਕਰਕੇ ਉਹਨੂੰ ਹੁੰਦਾ ਵੀ ਵਾਪਸ ਜਾ ਕੇ ਕਰਨਾ ਕੀ ਹੈ। ਕਿ ਲੋਕ ਤਾਂ ਇੰਡੀਆ ਦੇ ਵਿੱਚ ਅਸੀਂ ਦੇਖਦੇ ਆਂਗੇ ਕਿ ਕਿਸ ਤਰ੍ਹਾਂ ਦੇ ਨਾਲ ਪੈਸੇ ਲਾ ਕੇ ਬਾਹਰ ਜਾਂਦੇ ਨੇ, ਪਰ ਇਹ ਜਿਹੜੀ ਕਹੀਏ ਕਿ ਮਿਹਨਤ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਆਪਦਾ ਤਾਂ ਮਿੱਟੀ ਨੂੰ, ਆਪਦੀ ਜਗ੍ਹਾ ਨੂੰ ਤਾਂ ਬੰਦਾ ਪਿਆਰ ਕਰਦਾ ਹੀ ਆ, ਪਰ ਨਾਲ ਨਾਲ ਉਹ ਜੇ ਚਾਹੇ ਤਾਂ ਕਿਤੇ ਵੀ ਆਪਦੀ ਕਿਸੇ ਵੀ ਤਰ੍ਹਾਂ ਦੀ ਸਲਤਨਤ ਪੈਦਾ ਕਰ ਸਕਦਾ। ਇਹ ਜਿਹੜੇ ਤੁਹਾਨੂੰ ਵਿਜ਼ੂਅਲ ਦਿਖਾ ਰਹੇ ਆ ਕਿਸੇ ਹੋਟਲ ਦੇ ਨਹੀਂ, ਬਲਕਿ ਇਹ ਸਰਦਾਰ ਸਾਹਿਬ ਦੇ ਘਰ ਦੇ ਨੇਗੇ, ਜਿੱਥੇ ਅੱਜ ਉਹ ਰਹਿ ਰਹੇ ਨੇਗੇ ਲੁਧਿਆਣੇ। ਤੇ ਇੱਕ ਛੋਟੇ ਜਿਹੇ ਪਿੰਡ 'ਚ ਉੱਠ ਕੇ ਕਿਵੇਂ ਸ਼ੁਰੂਆਤ ਕਰੀ, ਕਿਵੇਂ ਸਬੱਬ ਬਣੇ, ਤੇ ਫਿਰ ਜੇ ਕਹੀਏ ਕਿ ਮਿਹਨਤ ਨੂੰ ਰੱਬ ਵੀ ਕਿਵੇਂ ਬਾਂਹ ਫੜਦਾ, ਉਹ ਮਿਲਾਵਾਂਗੇ ਤੁਹਾਨੂੰ ਤੇ ਨਾਲ ਨਾਲ ਗੱਲ ਕਰਾਵਾਂਗੇ ਕਿ ਅੱਜ ਹੁਣ ਉਹ ਕੀ ਜ਼ਿੰਮੇਵਾਰੀਆਂ ਨਿਭਾ ਰਹੀਆਂ ਨੇ, ਤੇ ਨਾਲ ਨਾਲ ਸਮਾਜ ਵਾਸਤੇ ਵੀ ਕੀ ਸੋਚਦੇ ਨੇ। ਤੇ ਪਹੁੰਚ ਚੁੱਕੇ ਹੈਗੇ ਤੇ ਨਾਲ ਹੀ ਤੁਹਾਨੂੰ ਦਿਖਾ ਦੇਣਗੇ ਕਿ ਰਣੌਤਾ ਸਾਹਿਬ ਨਾਲ ਗੱਲ ਕਰਾਂਗੇ। ਬਾਕੀ ਤਾਂ ਪਰ ਇੱਕ ਚੀਜ਼ ਜਿਹੜੀ ਕਹੀਏ ਕਿ ਜਦੋਂ ਐਂਟਰ ਹੁੰਦੇ ਹੈਗੇ ਨਾਲ ਦੀ ਨਾਲ ਛਾਪ ਦਿਖਦੀ ਆ ਉਹਨਾਂ ਦੀ, ਉਸ ਮਿਹਨਤ ਦੀ ਤੇ ਉਸ ਉਹਨਾਂ ਦੇ ਲੱਕ ਦੀ ਵੀ। ਨਾਲ ਨਾਲ ਇੰਡੀਅਨ ਫੈਡਰੇਸ਼ਨ ਆਫ ਯੂਨਾਈਟਿਡ ਨੇਸ਼ਨ ਐਸੋਸੀਏਸ਼ਨ ਆਈਫੋਨਾ ਕਹਿੰਦੇ ਆ ਜਿਹਨੂੰ, ਤੇ ਨਾਲ ਹੀ ਇਹ ਜੇ ਦੇਖਿਆ ਜਾਵੇ ਲੱਕੜ ਦਾ ਜਿਵੇਂ ਉਹਨਾਂ ਦਾ ਆਪਦਾ ਵੀ ਤੁਹਾਨੂੰ ਮੈਂ ਕੰਮ ਦੱਸਿਆ ਸੀ, ਤਾਂ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਖਰਕਾਰ ਇਹ ਉਹਨਾਂ ਦੀ ਜ਼ਿੰਦਗੀ ਦੀ ਕਮਾਈ ਹੈ ਜਿਹੜੀ ਅੱਜ ਜਿਹਦੇ ਕਰਕੇ ਹਰ ਕੋਈ ਉਹਨਾਂ ਨੂੰ ਜਾਣਦਾ ਵੀ ਹੈ।
ਰੋਤਾ ਸਾਹਿਬ ਬੈਠੇ ਨੇ, ਫਿਰ ਬਾਕੀ ਗੱਲ ਹੁਣ ਉਹਨਾਂ ਦੇ ਨਾਲ ਹੀ ਕਰਦੇ ਹਾਂ ਕਿ ਸ਼ੁਰੂਆਤ ਕਿਵੇਂ ਹੋਈ ਸੀ, ਕਿਉਂਕਿ ਜਿਸ ਤਰ੍ਹਾਂ ਦਾ ਪੂਰਾ ਇਹ ਇੱਕ ਇੰਟਰਸਟਿੰਗ ਉਹ ਵੀ ਸਟੋਰੀ ਆ ਕਿ ਜਦੋਂ ਬੰਦਾ ਸ਼ੁਰੂਆਤ ਕਰਦਾ ਉਦੋਂ ਭਾਵੇਂ ਚੀਜ਼ਾਂ ਨਾ ਪਤਾ ਹੋਵੇ, ਪਰ ਹੌਲੀ ਹੌਲੀ ਚੀਜ਼ਾਂ ਨੇ ਜਿਹੜੀਆਂ ਉਹ ਬਦਲ ਜਾਂਦੀਆਂ ਨੇਗੀਆਂ, ਤੇ ਇਹੀ ਇੱਕ ਚੀਜ਼ ਖਾਸ ਦੇ ਵਿੱਚੋਂ ਆਮ ਤੇ ਆਮ ਚੋਂ ਖਾਸ ਬਣਾ ਦਿੰਦੀ ਹੈ। ਸਤਿ ਸ਼੍ਰੀ ਅਕਾਲ ਰੋਤਾ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ? ਪਹਿਲਾਂ ਤਾਂ ਮੈਨੂੰ ਸੀਗਾ ਤੁਹਾਨੂੰ ਮਿਲਣ ਵਾਸਤੇ ਸਮਾਂ ਹੀ ਬਹੁਤ ਲੈਣਾ ਪਊਗਾ, ਪਰ ਉਹ ਉਵੇਂ ਔਖਾ ਹੋਇਆ ਨਹੀਂ ਹੈਗਾ, ਖੈਰ ਤੁਸੀਂ ਮਿਲ ਗਏ ਜਲਦੀ। ਬਹੁਤ ਅੱਛਾ ਲੱਗਿਆ ਜੀ ਤੁਸੀਂ ਆਏ ਹੋ। ਚਲੋ ਬੈਠਦੇ ਬਾਕੀ ਤੁਹਾਡੇ ਨਾਲ ਗੱਲਾਂ ਕਰਦੇ, ਕਿਉਂਕਿ ਤੁਹਾਡੇ ਡੇਲੀ ਪੋਸਟ ਦਾ ਬਹੁਤ ਬਹੁਤ ਸ਼ੁਕਰਾਨਾ ਜੀ, ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਆਏ ਹੋ। ਰੋਤਾ ਸਾਹਿਬ ਦੇਖੀਏ, ਪੂਰੀ ਇੱਕ ਤੁਹਾਡੀ ਦੇਖੀਏ, ਇਹ ਵੀ ਤੁਹਾਡੀ ਇੱਕ ਸਲਤਨਤ ਹੀ ਆ ਪੂਰੀ, ਜਿਵੇਂ ਦੇਖਦੇ ਆਂਗੇ ਆਪਾਂ। ਇਹ ਕਿੰਨੀ ਕੁ ਮਿਹਨਤ ਤੇ ਕਿੰਨੀ ਕੁ, ਜੇ ਦੇਖਿਆ ਜਾਵੇ ਰੱਬ ਦੀ ਦੁਆ, ਤੇ ਜੇ ਕਹੀਏ ਕਿ ਵਾਹਿਗੁਰੂ ਦਾ ਸ਼ੁਕਰਾਨਾ ਇਹਦੇ ਪਿੱਛੇ। ਇਹ ਤਾਂ ਜੀ ਜੇ ਦੇਖਿਆ ਜਾਵੇ ਨਾ ਜੀ, ਇਨਸਾਨ ਆਪਣੇ ਆਪ ਨੂੰ ਸਿਆਣਾ ਕਹਿਣ ਲੱਗ ਜਾਂਦਾ। ਇਨਸਾਨ ਦੀ ਸਿਆਣਪ ਕਿਤੇ ਕੰਮ ਨਹੀਂ ਆਉਂਦੀ। ਇਹ ਤਾਂ ਕਹਿੰਦੇ ਜਿਹਦੇ ਘਰ ਜਾਣੇ ਉਹਦੇ ਕਮਲੇ ਵੀ ਸਿਆਣੇ। ਇਹ ਤਾਂ ਨਾ ਜੀ ਗੱਲ ਇਹ ਆ, ਪਰਮਾਤਮਾ ਦੀ ਜੇ ਨਿਗਾਹ ਸਿੱਧੀ ਆ ਨਾ ਤਾਂ ਸਭ ਕੁਝ ਠੀਕ ਹੈ। ਰੋਤਾ ਸਾਹਿਬ ਸ਼ੁਰੂਆਤ ਜੇ ਕਹੀਏ ਕਿ ਜਦੋਂ ਪੁਰਾਣੇ ਦੌਰ ਦੀ ਗੱਲ ਕਰਦੇ ਆ, ਉਦੋਂ ਜਿਵੇਂ ਕਹਿੰਦੇ ਹੁੰਦੇ ਸੀ, ਜਿਵੇਂ ਹੁਣ ਦੇ ਲੋਕ ਕਹਿੰਦੇ ਯਾਰ ਪੁਰਾਣੇ ਤਾਂ ਸਾਰੇ ਗਰੀਬ ਹੁੰਦੇ ਸੀਗੇ, ਫਿਰ ਹੌਲੀ ਹੌਲੀ ਬੰਦੇ ਅੱਗੇ ਅਮੀਰ ਵੀ ਬਣੇ, ਉਹਨਾਂ ਦੀਆਂ ਮਿਹਨਤਾਂ ਸੀ, ਉਹਨਾਂ ਦੇ ਲੱਕ ਸੀਗੇ ਨਾਲ। ਤੁਹਾਡੇ ਗ੍ਰੈਂਡਫਾਦਰ ਹੋਰਾਂ ਨੇ ਸ਼ੁਰੂਆਤ ਕਿੱਥੋਂ ਕਰੀ ਸੀਗੀ? ਮੇਰੇ ਗ੍ਰੈਂਡਫਾਦਰ ਹੋਣੇ ਨਾ ਜੀ ਡਾਂਗੋ ਪਿੰਡ ਲੁਧਿਆਣੇ ਦੇ ਕੋਲ, ਜਿੱਥੋਂ ਧਰਮਿੰਦਰ ਹੋਣੇ ਵੀ ਐਕਟਰ ਧਰਮਿੰਦਰ ਹੈਗੇ ਨੇ, ਸੇਮ ਪਿੰਡ ਡਾਂਗੋ। ਅਸੀਂ ਉਸ ਡਾਂਗੋ ਪਿੰਡ ਦੇ ਰਣੌਤੇ ਵੱਜਦੇ ਹਾਂ, ਰਣੌਤਾ ਸਾਡਾ ਗੋਤ ਹੈ। ਮੇਰੇ ਗ੍ਰੈਂਡਫਾਦਰ 1904 ਦੇ ਵਿੱਚ ਬੜੀ ਮੁਸ਼ਕਿਲ ਨਾਲ 5 ਰੁਪਏ ਇਕੱਠੇ ਕਰਕੇ ਤੇ ਅਫਰੀਕਾ ਗਏ ਸੀ। ਇਹ ਜਿਹੜੀ 5 ਰੁਪਏ ਵਾਲੀ ਗੱਲ ਹੈ ਤਾਂ ਮੈਨੂੰ ਕਿਸੇ ਨੇ 10 ਸਾਲ ਪਹਿਲਾਂ ਮੈਂ ਕਿਸੇ ਮੀਟਿੰਗ ਤੇ ਗਿਆ ਸੀ ਨੈਰੋਬੀ, ਉਦੋਂ ਮੈਨੂੰ ਉਹਨੇ ਦੱਸੀ ਕਿ ਜੀ ਉਦੋਂ ਅੰਗਰੇਜ਼ ਟੈਸਟ ਲੈਂਦੇ ਸੀ ਇੱਥੇ, ਜੇ ਅੰਗਰੇਜ਼ੀ ਲਿਖਣੀ ਆਉਂਦੀ ਹੋਵੇ ABCD ਤੇ 1 to 10, ਉਹ ਤੁਹਾਨੂੰ ਅਫਰੀਕਾ 5 ਰੁਪਏ ਲੈਂਦੇ ਸੀ, ਤੇ ਬੰਬੇ ਤੋਂ ਤੁਹਾਡਾ ਪਾਸਪੋਰਟ ਬਣਾ ਕੇ ਤੁਹਾਨੂੰ ਸਮੁੰਦਰੀ ਜਹਾਜ਼ ਦੇ ਵਿੱਚ ਚੜਾ ਦਿੰਦੇ ਸੀ। ਅੱਛਾ ਜੀ। ਤੇ ਕਹਿੰਦੇ ਜੀ ਉਦੋਂ ਲੋਕ ਦੱਸਦੇ ਹੁੰਦੇ ਸੀਗੇ ਕਿ ਜਿਹੜਾ ਕਨਸਤਰ ਹੁੰਦਾ 16 ਕਿਲੋ ਦਾ, ਉਹਦੇ 'ਚ ਤੁਸੀਂ ਮੱਠੀਆਂ, ਪਿੰਨੀਆਂ, ਇਹੋ ਜਿਹਾ ਸਮਾਨ ਬਣਾ ਕੇ ਸਮੁੰਦਰੀ ਜਹਾਜ਼, ਉਹ ਜਹਾਜ਼ ਜਿਹੜੇ ਹੁੰਦੇ ਸੀਗੇ ਉਹ ਕਈ ਵਾਰ ਉਹਨਾਂ ਨੂੰ ਪਹੁੰਚਣ ਨੂੰ ਉੱਥੇ ਡੇਢ ਮਹੀਨਾ ਲੱਗ ਜਾਂਦਾ ਸੀਗਾ। ਲੋਕਾਂ ਨੇ ਬਿਮਾਰ ਹੋ ਜਾਣਾ, ਉਲਟੀਆਂ ਲੱਗ ਜਾਣੀਆਂ। ਉਦੋਂ ਦੀ ਪਰੇਸ਼ਾਨੀਆਂ ਵੀ ਆਮ ਸੀ, ਕਿਉਂਕਿ ਹੁਣ ਵਰਗੇ ਸਹੂਲਤਾਂ ਨਹੀਂ ਸੀ ਉਦੋਂ। ਹਾਂ, ਤੇ ਫਿਰ ਉਹ ਜਿਹੜੇ ਮੈਨੂੰ ਬਜ਼ੁਰਗ ਹੁਣ ਮਿਲੇ ਉਹ ਦੱਸਣ, ਉਹ ਕਹਿੰਦੇ ਮੈਂ ਤੇਰੇ ਗ੍ਰੈਂਡਫਾਦਰ ਨੂੰ ਦੱਸਿਆ, ਮੇਰੇ ਗ੍ਰੈਂਡਫਾਦਰ ਨਾਮ ਦਸੌਂਦਾ ਸਿੰਘ ਹੈ, ਦਸੌਂਦਾ ਸਿੰਘ ਜੀ ਜੇ ਤਾਂ ਜਾ ਕੇ ਕਰਨੀ ਹੈ ਨੌਕਰੀ, ਫਿਰ ਤਾਂ ਜਾ ਕੇ ਉੱਥੇ ABC ਲਿਖ ਦਿਓ, ਨਹੀਂ ਤਾਂ ਜਾ ਕੇ ਮੁੱਕਰ ਜਾਓ ਕਿ ਮੈਨੂੰ ਨਹੀਂ ਆਉਂਦੀ। ਉਹ ਪੁੱਛਣਗੇ ਕੋ ਨੋ ਨਹੀਂ ਆਉਂਦੀ। ਤਾਂ ਮੇਰੇ ਗ੍ਰੈਂਡਫਾਦਰ ਨੂੰ ਉਹਨੇ ਬੜਾ ਕਨਵਿੰਸ ਕੀਤਾ, ਤੇ ਮੇਰੇ ਗ੍ਰੈਂਡਫਾਦਰ ਉਹਨੂੰ ਕਹਿੰਦੇ ਵੀ ਮੈਨੂੰ ਨਹੀਂ, ਮਤਲਬ ਨਹੀਂ ਆਉਂਦੀ। ਫਿਰ ਉਹ ਕਹਿੰਦੇ ਫਿਰ ਤੁਸੀਂ ਆਪਣਾ ਕੰਮ ਕਰ ਸਕਦੇ ਹੋ। ਤਾਂ ਉਹਨਾਂ ਨੇ ਉੱਥੇ ਜਾ ਕੇ 5 ਰੁਪਏ ਵਾਪਸ ਕਰਤੇ ਮੇਰੇ ਗ੍ਰੈਂਡਫਾਦਰ ਨੂੰ। ਇਹ ਉਹਨਾਂ ਦਾ ਅਸੂਲ ਸੀ ਗੋਰਿਆਂ ਦਾ, ਪੈਸੇ ਵਾਪਸ ਕਰਤੇ। ਤੇ ਉਹਨਾਂ ਨੇ ਫਿਰ ਮਿੱਲਾਂ ਦੇ ਵਿੱਚ, ਲੱਕੜ ਦੀਆਂ ਮਿੱਲਾਂ ਦੇ ਵਿੱਚ ਆਪਣੇ ਕੰਮ ਕਰਨੇ ਸ਼ੁਰੂ ਕਰਤੇ, ਛੋਟੇ ਛੋਟੇ ਠੇਕੇ ਲੈਣੇ ਸ਼ੁਰੂ ਕਰਤੇ। ਤੇ ਕਰਦੇ ਮਿਹਨਤਾਂ ਕਰਦੇ 1965 ਦੇ ਵਿੱਚ ਪਹਿਲੀ ਮਿੱਲ ਸਾਡੇ ਪਰਿਵਾਰ ਨੇ ਖਰੀਦੀ। ਬਸ ਫਿਰ ਪਰਮਾਤਮਾ ਨੇ ਐਸੀ ਕਹਿੰਦੇ ਮਿਹਰ ਕੀਤੀ ਕਿ ਫਿਰ ਉੱਥੋਂ ਕੰਮ ਸਾਡਾ ਬਹੁਤ ਪਰਮਾਤਮਾ ਦਾ ਮਿਹਰ। ਫਿਰ ਪਹਿਲਾਂ ਲੱਕੜ ਦੇ ਕੰਮ 'ਚ ਰਹੇ, ਫਿਰ ਆਟੋਮੋਬਾਈਲ ਦੇ ਕੰਮ 'ਚ ਆ ਗਏ, ਟਰਾਂਸਪੋਰਟ ਦੇ ਕੰਮ 'ਚ ਆ ਗਏ। ਫਿਰ 1977 'ਚ ਥੋੜ੍ਹੀ ਜਿਹੀ ਡਿਸਟਰਬੈਂਸ ਹੋਈ ਉੱਥੇ, ਤੇ ਮੇਰੇ ਗ੍ਰੈਂਡਫਾਦਰ ਮੇਰੇ ਫਾਦਰ ਨੂੰ ਕਹਿੰਦੇ ਕਿ ਇੱਕ ਹੁਣ ਆਪਣੇ ਪਰਿਵਾਰ ਵੱਡਾ ਹੋ ਗਿਆ। ਮੇਰੇ ਗ੍ਰੈਂਡਫਾਦਰ ਦੇ 3 ਬੇਟੇ, ਮੇਰੇ ਫਾਦਰ ਹੋਣੇ 3 ਬ੍ਰਦਰ ਹੈ, ਕਿ ਇੱਕ ਫੈਮਿਲੀ ਆਪਾਂ ਇੰਡੀਆ ਸ਼ਿਫਟ ਹੋ ਜਾਓ ਜਾਂ UK ਸ਼ਿਫਟ ਹੋ ਜਾਓ। ਮੇਰੇ ਫਾਦਰ UK ਗਏ ਸੀ, ਤੁਹਾਡੇ ਕੋਲ ਵੀ ਕਿਤੇ ਮਰਜ਼ੀ ਜਾਣਾ ਸੀ। ਸੋ ਫਾਦਰ ਮੇਰੇ UK ਗਏ। ਮੇਰੇ ਫਾਦਰ ਨੂੰ UK ਪਸੰਦ ਨਹੀਂ ਆਇਆ, ਇੰਡੀਆ। ਹਾਂ, ਉਹਨਾਂ ਨੂੰ UK ਪਸੰਦ ਨਹੀਂ ਆਇਆ। ਉਹ ਮੇਰੇ ਗ੍ਰੈਂਡਫਾਦਰ ਨੂੰ ਕਹਿੰਦੇ ਵੀ ਮੈਂ UK ਨਹੀਂ ਰਹਿਣਾ, ਮੈਂ ਤਾਂ ਇੰਡੀਆ ਜਾ ਕੇ ਰਹੂੰਗਾ। ਸੋ ਇੰਡੀਆ ਉਹਨਾਂ ਨੇ ਆ ਕੇ ਚੰਡੀਗੜ੍ਹ 15 ਸੈਕਟਰ ਵਿੱਚ ਇੱਕ 1965 ਦੇ ਵਿੱਚ ਕੋਠੀ ਖਰੀਦ ਗਏ 10 ਮਰਲੇ ਦੀ, ਮਾਰਕੀਟ ਦੇ ਸਾਹਮਣੇ, ਕਿ ਜਦੋਂ ਕਦੇ ਇੰਡੀਆ ਜਾਵਾਂਗੇ ਤਾਂ ਉਹ ਕੋਠੀ। ਫਿਰ ਅਸੀਂ 1973-74 ਵਿੱਚ ਇੱਥੇ ਸ਼ਿਫਟ ਹੋਏ। ਪਹਿਲਾਂ ਮੇਰੇ ਫਾਦਰ 71 ਵਿੱਚ ਆਏ, ਤਾਂ ਮੈਂ ਉੱਥੇ ਹੀ ਪੜ੍ਹਦਾ ਸੀਗਾ। ਅਤੇ ਜਦੋਂ ਇੰਡੀਆ ਪਹੁੰਚੇ
ਤਾਂ ਪਹੁੰਚ ਕੇ ਉਹਨਾਂ ਨੂੰ ਮਤਲਬ ਲੱਗਿਆ ਕਿ ਉਹਨਾਂ ਮੇਰੇ ਫਾਦਰ ਨੂੰ ਇੰਡੀਆ ਸੂਟ ਕਰਦਾ ਸੀਗਾ। ਉਹਨਾਂ ਨੇ, ਕਿਉਂਕਿ ਇਹ ਥੋੜਾ ਜਿਹਾ ਤੁਹਾਨੂੰ ਵਿੱਚ ਰੋਕੂੰਗਾ ਮੈਂ, ਅਮੂਮਨ ਹੁਣ ਤਾਂ ਜਿਹੜਾ ਸੋਚਦੇ ਆ ਯੂਕੇ, ਅਗਲਾ ਕਹਿੰਦਾ ਵੀ ਸਾਡਾ ਬੇਸ਼ੱਕ ਕੁਛ ਮਰਜ਼ੀ ਲੱਗ ਜਾਏ, ਵੀ ਜੇ ਕੋਈ ਸਾਨੂੰ ਯੂਕੇ ਲੈ ਜਾਏ। ਤੁਸੀਂ ਲੱਤ ਮਾਰੇ ਉਦੋਂ? ਹਾਂਜੀ, ਮੇਰੇ ਫਾਦਰ ਉਹਨਾਂ ਕੋਲ ਬ੍ਰਿਟਿਸ਼ ਪਾਸਪੋਰਟ ਸੀ, ਮੇਰੇ ਮਦਰ ਕੋਲ ਬ੍ਰਿਟਿਸ਼ ਪਾਸਪੋਰਟ ਸੀਗਾ। ਸਾਨੂੰ ਕੋਈ ਦਿੱਕਤ ਨਹੀਂ ਸੀਗੀ, ਕੀਨੀਆ 'ਚ ਬ੍ਰਿਟਿਸ਼ ਰੂਲ ਸੀਗਾ। ਪਰ ਉਹਨਾਂ ਨੂੰ ਬਿਲਕੁਲ ਯੂਕੇ ਪਸੰਦ ਨਹੀਂ ਆਇਆ ਜੀ। ਉਦੋਂ ਉਹਨਾਂ ਜ਼ਮਾਨੇ ਯੂਕੇ ਦੇ ਤੁਸੀਂ ਹੈਰਾਨ ਹੋਗੇ, ਮੇਰੇ ਫਾਦਰ ਸਾਹਿਬ ਦੱਸਦੇ ਆ ਕਿ ਘਰਾਂ 'ਚ ਬਾਥਰੂਮ ਨਹੀਂ ਹੁੰਦੇ ਸੀਗੇ। ਅੱਛਾ। ਤੁਹਾਨੂੰ ਸਵੇਰੇ ਤੁਸੀਂ ਆਪਣੇ ਘਰ 'ਚੋਂ ਨਿਕਲੋ ਤੇ ਪੇਡ ਬਾਥਰੂਮ ਸੀਗੇ, ਜਾ ਕੇ ਉੱਥੇ ਤੁਸੀਂ ਕੁਝ ਸੈਂਟ ਦਿਓ ਤੇ ਬਾਥਰੂਮ ਯੂਜ਼ ਕਰੋ, ਕੁਝ ਸੈਂਟ ਦਿਓ ਤੇ ਨਹਾ ਕੇ ਆਓ। ਮੇਰੇ ਫਾਦਰ ਨੇ ਸੋਚਿਆ ਇਹ ਕਿਹੜੀ ਜ਼ਿੰਦਗੀ ਹੈ। ਮਤਲਬ ਯੂਕੇ 'ਚ ਤੁਸੀਂ ਇਮੈਜਿਨ ਕਰੋ, ਫਿਰ ਜਦੋਂ ਘਰ ਬਣਨੇ ਸ਼ੁਰੂ ਹੋਏ ਤਾਂ ਸਾਰੇ ਘਰ 'ਚ ਇੱਕ ਬਾਥਰੂਮ ਹੁੰਦਾ ਸੀਗਾ। ਅੱਛਾ। ਇਹ ਤਾਂ ਇੰਡੀਆ ਤਾਂ ਜਦੋਂ ਅਸੀਂ ਇਹ 15 ਸੈਕਟਰ ਵਾਲਾ ਘਰ ਲਿੱਤਾ, ਉਹ ਜਦੋਂ ਅਸੀਂ ਆਏ ਹਾਂ ਤਾਂ ਮੈਂ ਛੋਟਾ ਹੁੰਦਾ, ਅਸੀਂ ਉੱਥੇ ਰਹੇ ਹਾਂ। ਉਸ ਘਰ ਦੇ ਸਾਡੇ ਵਾਸਤੇ ਤਾਂ ਉਹ ਘਰ ਹੀ ਮਤਲਬ ਲੰਡਨ ਦੇ ਹਿਸਾਬ ਨਾਲ ਤਾਂ ਬਹੁਤ ਹੀ ਵਧੀਆ ਸੀਗਾ। ਅਫਰੀਕਾ 'ਚ ਸਾਡੇ ਘਰ ਬਹੁਤ ਵੱਡੇ ਵੱਡੇ ਸੀਗੇ, 5-5 ਏਕੜਾਂ 'ਚ ਕੋਠੀਆਂ ਸੀਗੀਆਂ। ਪਰ ਸਾਨੂੰ ਅਫਰੀਕਾ ਨਾਲੋਂ ਤਾਂ ਵਧੀਆ ਜਗ੍ਹਾ ਕੋਈ ਨਹੀਂ ਮਿਲੀ, ਬਟ ਅਫਰੀਕਾ ਨਾਲੋਂ ਲੰਡਨ ਨਾਲੋਂ ਸਾਨੂੰ ਇੰਡੀਆ ਬੈਟਰ ਲੱਗਿਆ। ਪਰ ਤੁਸੀਂ ਜੇ ਦੇਖਿਆ ਜਾਵੇ ਜੀ, ਜਦੋਂ ਸੁਣਨ 'ਚ ਆਉਂਦਾ, ਜਦੋਂ ਕੋਈ ਅੱਜ ਵੀ ਗੱਲ ਕਰਦਾ ਬਾਹਰ, ਜੇ ਗੱਲ ਕਹੇ ਅਫਰੀਕਾ, ਅਗਲਾ ਕਹਿੰਦਾ ਯਾਰ ਉੱਥੇ ਕੀ ਹੈਗਾ, ਉੱਥੇ ਤਾਂ ਬਸ ਹੀ ਕੁਛ ਨਹੀਂ ਹੈਗਾ। ਪਰ ਤੁਹਾਨੂੰ ਜਿਹੜਾ ਰਾਸ ਆਇਆ, ਮੈਂ ਕਹਿੰਦਾ ਕਿਸੇ ਨੂੰ ਨਹੀਂ ਆਇਆ ਹੋਣਾ। ਨਹੀਂ ਜੀ, ਅਫਰੀਕਾ ਵਰਗਾ ਮੁਲਕ ਦੁਨੀਆ 'ਚ ਕੋਈ ਨਹੀਂ ਜੀ। ਜਿਹੜਾ ਫਿਊਚਰ ਵੀ ਆ ਨਾ ਜੀ, ਤੁਹਾਨੂੰ ਅੱਜ ਮੈਂ ਦੱਸ ਦਿੰਦਾ, ਦੁਨੀਆ 'ਚ ਫਿਊਚਰ ਜਿਹੜਾ ਆ ਉਹ ਅਫਰੀਕਾ ਦਾ ਹੀ ਹੈ। ਪਰ ਉੱਥੇ ਦੇ ਮਾਹੌਲ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਲੋਕਾਂ ਦੀਆਂ ਮਿੱਥ ਬਣੇ ਹੋਏ ਨੇ ਕਿ ਉੱਥੇ ਸਿਕਿਉਰ ਨਹੀਂ ਬੰਦਾ ਹੈਗਾ, ਉੱਥੇ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਜਿਹੜੀ ਉਹ ਬਹੁਤੀ ਵਧੀਆ ਨਹੀਂ ਗੀ, ਉਹ ਫਿਰ ਚੀਜ਼ਾਂ ਮਾਇਨੇ ਹੈ ਜਾਂ ਨਹੀਂ ਨੇ? ਦੇਖੋ, ਗੱਲ ਇਹ ਹੈ ਵੀ ਚੋਰੀ ਡਕੈਤੀ ਹਰੇਕ ਜਗ੍ਹਾ ਹੁੰਦੀ ਹੈ। ਚੋਰੀ ਡਕੈਤੀ ਤੋਂ ਕੋਈ ਬੰਦਾ ਨਹੀਂ ਡਰਦਾ, ਕੋਈ ਨਹੀਂ ਘਬਰਾਉਂਦਾ। ਇੰਡੀਆ 'ਚ ਕੋਈ ਕਿਸੇ ਨੂੰ ਕਹਿੰਦਾ ਮੇਰੀ ਚੋਰੀ ਹੋ ਗਈ, ਅਗਲਾ ਕਹਿੰਦਾ ਚੱਲ ਕੋਈ ਗੱਲ ਨਹੀਂ। ਪਰ ਜਿਹੜਾ ਕ੍ਰਾਈਮ ਆ ਨਾ ਇੰਡੀਆ 'ਚ, ਕ੍ਰਾਈਮ ਜਿਹੜਾ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਆਰਗੇਨਾਈਜ਼ਡ ਕ੍ਰਾਈਮ ਇੰਡੀਆ 'ਚ ਹੈ, ਉਹ ਅਫਰੀਕਾ 'ਚ ਹੈ ਨਹੀਂ। ਯਾਨੀ ਕਿ ਟੈਰਰਿਸਟ, ਗੈਂਗਸਟਰਸ ਜਿਸ ਤਰ੍ਹਾਂ ਦੇ ਨਾਲ ਹੈਗੇ ਨੇ, ਉਹ ਚੀਜ਼ਾਂ ਉੱਥੇ ਹੈ ਨਹੀਂ। ਇਹ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਹੈ, ਇਹ ਬਹੁਤ ਖਤਰਨਾਕ ਚੀਜ਼ ਹੈ। ਇਸ ਚੀਜ਼ ਤੋਂ ਆਪਾਂ ਬਹੁਤ ਬਚੇ ਹੋਏ ਹਾਂ। ਅਫਰੀਕਾ 'ਚ ਵਿੱਚ ਇਹ ਆ ਕਿ ਸੱਚੀ ਫਰੈਂਕਲੀ ਸਪੀਕਿੰਗ, ਲੋਕਾਂ ਨੇ ਘਰ 50,000 ਲੱਖ ਰੁਪਇਆ ਰੱਖਿਆ ਹੁੰਦਾ ਵੀ ਜੇ ਚੋਰ ਆ ਜਾਣ ਤਾਂ ਉਹਨਾਂ ਨੂੰ ਕਹਿੰਦੇ ਵੀ ਆ ਲਓ। ਚੋਰਾਂ ਵਾਸਤੇ ਘਰ ਪੈਸੇ ਰੱਖੇ ਹੁੰਦੇ ਆ, ਹਾਂ ਰੱਖੇ ਹੁੰਦੇ ਆ। ਪਰ ਉਹ ਲੋਕ ਮਾਈਂਡ ਨਹੀਂ ਕਰਦੇ। ਇਟ ਇਜ਼ ਪਾਰਟ ਆਫ ਲਾਈਫ ਵੀ ਜੇ ਆ ਗਏ ਰਾਤ ਨੂੰ ਤਾਂ ਉਹਨਾਂ ਨੂੰ ਕਹਿ ਦਿੰਦੇ ਵੀ ਆ ਪੈਸੇ ਪਏ ਨੇ, ਉਹ ਵੀ ਅਗਲੇ ਚੁੱਪ ਕਰਕੇ ਪੈਸੇ ਫੜਦੇ ਆ। ਤੇ ਸਾਨੂੰ ਇਹ ਤਾਂ ਬੜੀ ਤੁਸੀਂ ਅਜੀਬ ਜਿਹੀ ਗੱਲ ਸੁਣਾਈ ਵੀ ਉਹਨਾਂ ਨੂੰ ਵੀ ਭਾਈ ਇੱਕ ਤਰ੍ਹਾਂ ਦਾ ਜੇ ਕਹੀਏ ਕਿ ਸਮਾਜਿਕਤਾ ਤੌਰ ਤੇ ਅਪਣਾ ਰੱਖਿਆ ਚੋਰਾਂ ਨੂੰ। ਯੈਸ, ਉਹਨਾਂ ਵਾਸਤੇ ਰੱਖੇ ਹੋਏ ਆ। ਉਹਨਾਂ ਨੂੰ ਕਹੀਦਾ ਵੀ ਕੋਈ ਮਾਰਪੀਟ ਨਹੀਂ ਕਰਨੀ, ਕੁਛ ਨਹੀਂ ਕਰਨਾ, ਤੁਹਾਡੇ ਵਾਸਤੇ ਪੈਸੇ ਰੱਖੇ ਹੋਏ ਨੇ, ਆ ਪੈਸੇ ਲਓ ਤੇ ਜਾਓ। ਤੇ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਜਿਹੜਾ ਸਿਆਣਾ ਬੰਦਾ ਸਾਨੂੰ ਉਹਨੇ ਆਪੇ ਪੈਸੇ ਫੜਾ ਦੇਣੇ ਆ, ਫਿਰ ਰੌਲਾ ਨਹੀਂ ਪਾਉਣਾ। ਪਰ ਰਣੋਟਾ ਜੀ ਦੇਖੀਏ, ਤੁਸੀਂ ਤਾਂ ਇੱਕ ਤਰ੍ਹਾਂ ਦਾ ਸਾਰੀ ਦੁਨੀਆ ਘੁੰਮ ਲਏ, ਜੇ ਜੀ UN ਦਾ ਤੁਸੀਂ ਪਾਰਟ ਬਣੇ, ਉਹ ਕਿਵੇਂ ਉਹ ਥੋੜਾ, ਕਿਉਂਕਿ ਜਦੋਂ ਤੁਸੀਂ ਆਪਦੇ ਬਿਜ਼ਨਸ 'ਚ ਇੰਨੇ ਬਿਜ਼ੀ ਹੋਵੋਗੇ ਤੇ ਇਸ ਪਾਸੇ ਫਿਰ ਟਾਈਮ ਕੱਢਣ ਦੀ ਕਿਵੇਂ ਸੋਚੀ ਕਿ ਆਖਰਕਾਰ ਠੀਕ ਹੈ, ਤੇ ਨਾਲ ਹੀ ਇਹਦਾ ਪਾਰਟ ਵੀ ਕਿਵੇਂ ਬਣੇ ਫਿਰ ਤੁਸੀਂ? ਐਕਚੁਅਲੀ ਇੱਕ ਸੰਸਥਾ ਹੈ ਜੀ ਫ੍ਰੀ ਮੈਸਨਰੀ, ਮੇਰੇ ਫਾਦਰ ਸਾਹਿਬ ਉਹਦੇ ਮੈਂਬਰ ਸੀ। ਉਹਨਾਂ ਨੇ ਮੈਨੂੰ 18 ਸਾਲ ਦੀ ਉਮਰ 'ਚ ਉਹਦਾ ਮੈਂਬਰ ਬਣਾਤਾ। ਉਹ ਫ੍ਰੀ ਮੈਸਨਰੀ ਇੱਕ ਐਸੀ ਸੰਸਥਾ ਆ ਜਿਹਦੇ ਕਰਕੇ ਮੈਂ UN 'ਚ ਆ ਗਿਆ, ਹੋਰ ਅੱਛੀਆਂ ਆਰਗੇਨਾਈਜੇਸ਼ਨ 'ਚ ਆ ਗਿਆ। ਇੱਕ ਫਰਾਂਸ ਦੀ ਯੂਨੀਵਰਸਿਟੀ ਆ ਜਿਹੜੀ ਡਾਕਟਰੇਟ ਦਿੰਦੀ ਆ, ਉਹਦੇ 'ਚ ਮੈਂ ਇੰਡੀਆ ਦਾ ਡਾਇਰੈਕਟਰ ਹਾਂ। ਸੋ ਇਹ ਸਾਰਾ ਕੁਛ ਫ੍ਰੀ ਮੈਸਨਰੀ ਦੀ ਦੇਣ ਆ, ਜਾਂ ਕਹਿ ਲਓ ਦੇਣ ਮੇਰੇ ਫਾਦਰ ਸਾਹਿਬ ਦੀ ਹੈ, ਜਿਨ੍ਹਾਂ ਨੇ ਮੈਨੂੰ 18 ਸਾਲ ਦੀ ਉਮਰ 'ਚ ਮੈਨੂੰ ਇੱਕ ਮੈਂਬਰ ਬਣਾਤਾ ਸੀਗਾ। ਪਰ ਜੇ ਕਹੀਏ ਕਿ ਦੇਸੀ ਤਰੀਕੇ ਤੇ ਤਾਂ ਲੋਕ ਇਸ ਤਰ੍ਹਾਂ ਸਮਝਦੇ ਨੇ, ਕਹਿੰਦੇ ਸਭ ਤੋਂ ਜ਼ਿਆਦਾ ਰਹੀਸਾਂ ਦੀ ਥਾਂ ਹੈ ਉਹ ਕਿਹੜੀ? ਫ੍ਰੀ ਮੈਸਨਰੀ। ਹਾਂਜੀ, ਲੋਕ ਕਹਿੰਦੇ ਨੇ ਕਿ ਰਹੀਸਾਂ ਦੀ ਜਗ੍ਹਾ, ਲੋਕ ਕਹਿੰਦੇ ਕਿ ਦੁਨੀਆ 'ਚ ਉਹਨਾਂ ਦਾ ਰਾਜ ਹੈ, ਉਹਨਾਂ ਦਾ ਕੰਟਰੋਲ ਹੈ। ਕੋਈ ਐਸੀ ਗੱਲ ਨਹੀਂ। ਹਰੇਕ ਟਾਈਪ ਦਾ ਬੰਦਾ, ਜਿਹੜਾ ਬੰਦਾ ਆ, ਉਹਦੀ ਜੀ ਇੱਕੋ ਹੀ ਕੁਆਲੀਫਿਕੇਸ਼ਨ ਹੈ, ਇੱਕੋ ਹੀ ਸਵਾਲ ਪੁੱਛਦੇ ਆ ਕਿ ਤੁਹਾਨੂੰ ਪਰਮਾਤਮਾ 'ਚ ਫੇਥ ਹੈਗਾ? ਜੇ ਤੁਸੀਂ ਕੋਈ ਯੈਸ ਵੀ ਬਿਲੀਵ ਇਨ ਗੋਡ, ਬਸ ਸਿੰਗਲ ਕੁਆਲੀਫਿਕੇਸ਼ਨ ਹੈ ਉੱਥੇ। ਜਿਸ ਬੰਦੇ ਨੂੰ ਪਰਮਾਤਮਾ ਭਰੋਸਾ ਆ ਉਹਨੂੰ ਉਹ ਲੈ ਲੈਂਦੇ ਆ। ਉਹਨੂੰ ਕੁਛ ਕਸਮਾਂ ਖਿਲਾਉਂਦੇ ਨੇ। ਇੱਕ ਉਹਨੂੰ ਇਹ ਕਹਿੰਦੇ ਆ ਕਿ ਪਬਲਿਕਲੀ ਤੁਸੀਂ ਪੋਲੀਟਿਕਸ ਅਤੇ ਰਿਲੀਜਨ ਡਿਸਕਸ ਨਹੀਂ ਕਰੋਗੇ, ਐਂਡ ਤੁਸੀਂ ਬਿਲੀਵ ਨਹੀਂ ਕਰੋਗੇ। ਜਿਹੜਾ ਇਨਸਾਨ ਪਬਲਿਕਲੀ ਪੋਲੀਟਿਕਸ ਅਤੇ ਰਿਲੀਜਨ ਨਾ ਡਿਸਕਸ ਕਰੇ, ਉਹ ਉਸ ਤੋਂ ਸੁਖੀ ਬੰਦਾ ਕੋਈ ਨਹੀਂ। ਜੇ ਜ਼ਿੰਦਗੀ 'ਚ ਸੁਖੀ ਰਹਿਣਾ ਆ ਤਾਂ ਮੇਰੀ ਐਡਵਾਈਸ ਹਰ ਬੰਦੇ ਨੂੰ ਇਹ ਹੈ ਕਿ ਪਬਲਿਕਲੀ ਪੋਲੀਟਿਕਸ
ਤੇ ਰਿਲੀਜਨ ਡਿਸਕਸ ਨਾ ਕਰੋ ਐਂਡ ਤੁਹਾਨੂੰ ਲੋਕ ਇੰਨਾ ਵਾਰਮਲੀ ਵੈਲਕਮ ਕਰਨਗੇ ਹਰੇਕ ਜਗ੍ਹਾ। ਜਿੱਥੇ ਤੁਸੀਂ ਪੋਲੀਟਿਕਸ ਜਾ ਕੇ ਡਿਸਕਸ ਕਰਨ ਲੱਗ ਜਾਓਗੇ ਪਬਲਿਕਲੀ ਜਾਂ ਰਿਲੀਜਨ, ਉੱਥੇ ਤੁਸੀਂ ਲੋਕ ਕਹਿਣ ਲੱਗ ਜਾਂਦੇ ਆ ਕਿ ਉਹ ਬੰਦਾ ਹੁੰਦਾ ਆ ਕਿ ਮਾਹੌਲ ਡਿਸਟਰਬ ਕਰਦਾ। ਵਾਦ ਵਿਵਾਦ ਕਹਿੰਦੇ ਖੜੇ ਇਹੀ ਦੋ ਚੀਜ਼ਾਂ ਤੋਂ ਹੁੰਦੇ ਨੇਗੇ। ਇਸ ਦੋ ਚੀਜ਼ਾਂ ਦੇ ਇਹ ਉੱਥੇ ਇੱਕ ਸਾਨੂੰ ਕਸਮ ਖਿਲਾਉਂਦੇ ਆ ਫ੍ਰੀ ਮੈਸਰੀ ਕਿ ਇਹ ਦੋ ਕੰਮ ਤੁਸੀਂ ਨਹੀਂ ਕਰੋਗੇ। ਪਰ ਦੇਖਿਆ ਜਾਵੇ ਰੁੰਟਾ ਜੀ, ਜਿਵੇਂ ਉਰੋਂ ਤੁਸੀਂ ਪੰਜਾਬ ਤੋਂ ਚਲੇ ਗਏ ਅਫਰੀਕਾ, ਉਸ ਤੋਂ ਬਾਅਦ ਫਿਰ ਤੁਸੀਂ ਇੰਡੀਆ ਮੂਵ ਹੋ ਗਏ, ਅਲੱਗ-ਅਲੱਗ ਦੇਸ਼ਾਂ 'ਚ ਤੁਸੀਂ ਘੁੰਮੇ, ਸਰਦਾਰੋਂ ਇਸ ਬਾਰੇ ਚਰਚਾ ਹੁੰਦੀ ਹੈ, ਗੱਲ ਹੁੰਦੀ ਹੈ? ਬਹੁਤ ਜੀ, ਤੁਸੀਂ ਮੰਨੋਗੇ ਨਹੀਂ, ਮੈਂ ਫਸਟ ਸਿੱਖ ਗ੍ਰੈਂਡ ਮਾਸਟਰ ਆਫ ਦੀ ਵਰਲਡ ਹੈ ਤੇ ਮੈਨੂੰ ਟਰਬਨ ਗ੍ਰੈਂਡ ਮਾਸਟਰ ਦੇ ਨਾਮ ਤੇ ਮਸ਼ਹੂਰ ਹੈ ਮੈਂ ਕਿ ਮੈਂ ਵੇਅਰ ਮਾਈ ਟਰਬਨ ਐਂਡ ਮੈਨੂੰ 6.5 ਮਿਲੀਅਨ ਫ੍ਰੀ ਮੈਸਨ ਹੈ ਵਰਲਡ ਵਿੱਚ, ਪੂਰੇ ਵਰਲਡ 'ਚ, ਤੇ ਜਿਸ 'ਚੋਂ 2 ਮਿਲੀਅਨ ਬੰਦਾ ਮੈਨੂੰ ਸਿਰਫ ਇਸ ਕਰਕੇ ਜਾਣਦਾ। ਮੈਕਸਿਮਮ ਜੇ ਕੋਈ ਪੋਪੂਲੈਰਿਟੀ ਕਿਸੇ ਗ੍ਰੈਂਡ ਮਾਸਟਰ ਦੀ ਹੈਗੀ ਹੈ ਦੁਨੀਆ 'ਚ ਤਾਂ ਉਹ ਮੇਰੀ ਰਹੀ ਹੈ, ਬਟ ਉਹ ਰਹੀ ਬਿਕੋਜ਼ ਆਫ ਮਾਈ ਟਰਬਨ। ਇਹ ਜੇ ਕਹੀਏ ਕਿ ਦਸਤਾਰ ਦੀ ਐਡੀ ਵੱਡੀ ਸ਼ਾਨ ਹੈਗੀ, ਕਿਉਂਕਿ ਸਾਰੀ ਪਹਿਚਾਣ ਤੁਹਾਨੂੰ ਵੱਖਰਾ ਕਰ ਦਿੰਦੀ ਹੈ। ਬੜੇ ਗ੍ਰੈਂਡ ਮਾਸਟਰ ਆਏ, ਰਾਇਲ ਫੈਮਲੀਜ਼ 'ਚ ਲੋਕ ਆਉਂਦੇ ਆ, ਗ੍ਰੈਂਡ ਮਾਸਟਰ ਬਣਦੇ ਆ, ਚਲੇ ਜਾਂਦੇ ਆ, ਕੋਈ ਨਹੀਂ ਪੁੱਛਦਾ। ਪਰ ਜਦ ਤੱਕ ਮੈਂ ਇੱਕ ਐਸਾ ਗ੍ਰੈਂਡ ਮਾਸਟਰ ਹਾਂ ਕਿ ਮੈਨੂੰ ਬਿਕੋਜ਼ ਆਫ ਮਾਈ ਟਰਬਨ ਜਿੰਨਾ ਪਿਆਰ ਦੁਨੀਆ 'ਚ ਮਿਲਿਆ ਆ, ਜਾਂ ਐਸੀਆਂ ਕੰਟਰੀਜ਼ ਵਿੱਚ ਜਿੱਥੇ ਲੋਕ ਮੈਨੂੰ ਕਹਿੰਦੇ ਵੀ ਨਹੀਂ ਸਾਡੀ ਫੈਮਿਲੀ ਕੋਲ ਜਾ ਕੇ ਚਲੋ, ਸਾਡੇ ਘਰ ਚਲੋ, ਸਾਡੇ ਘਰਦਿਆਂ ਕੋਲ ਮਿਲੋ, ਤੇ ਮਤਲਬ ਇਸ ਪੱਗ ਨੇ ਜਾਂ ਕਹਿ ਲਓ ਇਸ ਟਰਬਨ ਨੇ ਜੋ ਸ਼ਾਨ ਸ਼ੌਕਤ ਦਿਖਾਈ ਹੈ ਦੁਨੀਆ 'ਚ, ਉਹ ਜੇ ਪੱਗ ਨਾ ਹੁੰਦੀ ਤਾਂ ਉਹ ਸ਼ਾਨ ਸ਼ੌਕਤ ਦਿਖਣੀ ਨਹੀਂ ਸੀ। ਕਿਉਂਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਇੰਨਾ ਸਮਾਂ ਰਹੇ, ਇੰਨੀਆਂ ਚੀਜ਼ਾਂ ਐਕਸਪੀਰੀਅੰਸ ਕਰਨ ਦਾ ਮੌਕਾ ਮਿਲਿਆ, ਕਦੇ ਲੱਗਿਆ ਨਹੀਂ? ਕਿਉਂਕਿ ਬਹੁਤ ਸਾਰੇ ਲੋਕ ਅਸੀਂ ਦੇਖਦੇ ਹਾਂ ਸਟਾਈਲ ਦੇ ਵਾਸਤੇ ਹੀ ਦਸਤਾਰ ਬਣਾਉਣੀ ਛੱਡ ਦਿੰਦੇ ਨੇ, ਵੀ ਕੋਈ ਅਸੀਂ ਬਾਹਰ ਜਾਂਦੇ ਹਾਂ। ਅਮੂਮਨ ਤੌਰ 'ਤੇ ਆਪਣੇ ਦਾ ਜੇ ਦੇਖਿਆ ਜਾਵੇ ਇੱਕ ਰਿਵਾਜ਼ ਵੀ ਹੈ, ਹਾਲਾਂਕਿ ਜਿਹੜੇ ਲੋਕ ਇੱਜ਼ਤ ਕਰਦੇ ਉਹ ਤਾਂ ਬਾਹਰ ਤੱਕ ਵੀ ਰੱਖਦੇ ਆ, ਪਰ ਫਿਰ ਵੀ ਬਹੁਤ ਸਾਰੇ ਮੁੰਡੇ ਅਸੀਂ ਜਿਵੇਂ ਦੇਖਦੇ ਹਾਂ ਵੀ ਵਾਲ ਕਟਾ ਦੇਣੇ ਨੇ, ਉੱਥੇ ਜਾ ਕੇ ਬਾਹਰ ਜਾ ਕੇ ਬਿਲਕੁਲ ਹੋਲੀਆ ਹੀ ਚੇਂਜ ਕਰ ਲੈਣਾ। ਤੁਸੀਂ ਤਾਂ ਇੰਨੀ ਥਾਵੇਂ ਘੁੰਮਿਆ, ਇਹ ਚੀਜ਼ ਕਦੇ ਮਹਿਸੂਸ ਨਹੀਂ ਹੋਈ? ਕਦੇ ਲੱਗਿਆ ਨਹੀਂ ਮਨ ਨੂੰ ਵੀ ਯਾਰ ਮੈਂ ਵੀ ਚੇਂਜ ਕਰਕੇ ਦੇਖਾਂ? ਨਹੀਂ ਜੀ, ਕਦੇ ਨਹੀਂ ਲੱਗਿਆ ਅਜੇ ਤੱਕ। ਮੈਂ ਕਦੇ ਆਪਣੀ ਜ਼ਿੰਦਗੀ 'ਚ ਆਪਣੇ ਕਮਰੇ 'ਚੋਂ ਪੱਗ ਤੋਂ ਬਗੈਰ ਬਾਹਰ ਨਹੀਂ ਨਿਕਲਿਆ, ਤੇ ਜਦੋਂ ਦਸਤਾਰ ਉਤਾਰੀ ਆ ਕਮਰੇ ਵਿੱਚ ਜਾ ਕੇ ਉਤਾਰੀ ਆ, ਪਰ ਮੈਨੂੰ ਤਾਂ ਜੀ ਬਹੁਤ ਇੱਜ਼ਤ ਮਿਲੀ ਹੈ ਪੱਗ ਕਰਕੇ। ਐਸੀਆਂ ਕੰਟਰੀਜ਼ ਵਿੱਚ ਜਿੱਥੇ ਲੋਕਾਂ ਨੇ ਸਰਦਾਰ ਪਹਿਲੀ ਵਾਰ ਦੇਖਿਆ, ਮੈਂ ਐਸੀ ਕੰਟਰੀਜ਼ ਵਿੱਚ ਗਿਆ ਜਿੱਥੇ ਫੈਮਲੀਜ਼ ਨੇ, ਲੋਕਾਂ ਨੇ ਇੱਕ ਸਿੱਖ ਪਹਿਲੀ ਵਾਰ ਦੇਖਿਆ, ਪਰ ਲੋਕ ਮਿਲ ਕੇ ਆਪਣੇ ਕਲਚਰ ਬਾਰੇ ਪੁੱਛਦੇ ਆ, ਤੁਹਾਡਾ ਕੀ ਕਲਚਰ ਆ, ਤੇ ਇੰਨਾ ਖੁਸ਼ ਹੁੰਦੇ ਆ ਜਦੋਂ ਦੱਸੀਦਾ ਇਟਸ ਵਨ ਆਫ ਦੀ ਲੇਟੈਸਟ ਕਲਚਰ ਇਨ ਦੀ ਵਰਲਡ। ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਟੀਚਿੰਗਸ ਉਹਦੇ ਬਾਰੇ ਲੋਕਾਂ ਨੂੰ ਇਨ ਸ਼ਾਰਟ ਦੱਸੀਦਾ ਉਸ ਕੰਟਰੀਜ਼ ਵਿੱਚ ਜਾ ਕੇ, ਤੇ ਲੋਕ ਬਹੁਤ ਖੁਸ਼ ਹੁੰਦੇ ਨੇ। ਮੈਂ ਤੁਹਾਨੂੰ ਪਰਸੋਂ ਦੀ ਗੱਲ ਦੱਸਦਾ, ਪਰਸੋਂ ਇੱਕ ਗੋਰੇ ਨੇ ਮੈਨੂੰ ਮੈਸੇਜ ਕੀਤਾ ਕਿ ਸਰ ਪਲੀਜ਼ ਪੁੱਟ ਮੀ ਔਨ ਯਰ ਵਟਸਐਪ, ਆਈ ਐਮ ਕਨਵਰਟਿੰਗ ਮਾਈ ਰਿਲੀਜਨ। ਮੈਂ ਸਿੱਖ ਬਣ ਰਿਹਾ ਹਾਂ, ਤੇ ਬਣ ਰਿਹਾ ਮੈਂ ਆਪਣੇ ਓਨ ਫ੍ਰੀ ਵਿਲ 'ਤੇ ਆ, ਕਿਸੇ ਦੇ ਪ੍ਰੈਸ਼ਰ ਅੰਡਰ ਨਹੀਂ ਬਣ ਰਿਹਾ, ਤੇ ਤੁਸੀਂ ਪਲੀਜ਼ ਮੈਨੂੰ ਆਪਣੇ ਫੇਸਬੁੱਕ 'ਤੇ ਐਡ ਕਰੋ, ਆਈ ਵਾਂਟ ਟੂ ਚੈਟ ਮੋਰ ਵਿਦ ਯੂ। ਉਹ ਇੱਕ UK ਦਾ ਫ੍ਰੀ ਮੇਸਨ ਹੈ, ਉਹਨੇ ਮੈਨੂੰ ਮੈਸੇਜ ਪਾਇਆ। ਯਾਰ ਕਿ ਲੋਕ ਬੜੇ ਅਟਰੈਕਟ ਹੁੰਦੇ ਨੇ ਇਸ ਚੀਜ਼ ਨੂੰ। ਅਸਲੀ ਦੇਖਿਆ ਜਾਵੇ ਸਿਧਾਂਤ ਨੇ ਜਿਹੜੇ ਸਿੱਖੀ ਦੇ, ਉਹ ਲੋਕਾਂ ਨੂੰ ਖਿੱਚਦੇ ਨੇ ਕਿਤੇ ਨਾ ਕਿਤੇ ਆਪਦੇ ਕਰਨੀ। ਬਿਲਕੁਲ ਇਹ ਉਸਤਾਦ ਜੀ ਸਭ ਤੋਂ ਵੱਡਾ ਜਿਹੜਾ ਆਪਣੇ ਜਿਹੜੇ ਇੱਕ ਸੰਤ ਬਾਬਾ ਯੋਗੀ ਜੀ ਹੋਏ ਨੇ, ਜਿਨ੍ਹਾਂ ਨੇ ਅਮਰੀਕਾ 'ਚ ਬਹੁਤ ਕੰਮ ਕੀਤਾ, ਉਹਨਾਂ ਦੀ ਵੀ ਬਹੁਤ ਵੱਡੀ ਦੇਣ ਆ। ਉਹਨਾਂ ਨੇ ਬੜੇ ਅਮਰੀਕਨ ਕਨਵਰਟ ਕੀਤੇ ਆ, ਜਿਹੜੇ ਅਮਰੀਕਨਸ ਦੇ ਜਿਹੜੇ ਸਿੱਖ ਕਨਵਰਟ ਹੋਏ ਨੇ, ਉਹਨਾਂ ਦੇ ਗੁਰਦੁਆਰੇ ਜਿਹੜੇ ਆ, ਜਿਹੜੀ ਉਹਨਾਂ ਦੀ ਮਰਿਆਦਾ ਆ, ਉਹ ਕਮਾਲ ਦੀ ਹੈ ਜੀ। ਜਿਹੜੇ ਕਨਵਰਟਡ ਸਿੱਖਾਂ ਦੀ ਜਿਹੜੀ ਮਰਿਆਦਾ ਆ, ਜੋ ਉਹਨਾਂ ਨੂੰ ਜੋ ਸਿੱਖੀ ਬਾਰੇ ਪਤਾ ਹੈ ਨਾ, ਆਪਾਂ ਨੂੰ ਵੀ ਨਹੀਂ ਪਤਾ ਜੀ। ਰੁਤਾ ਜੀ, ਕੋਈ ਪੂਰੀ ਜ਼ਿੰਦਗੀ ਜਿਵੇਂ ਕਹੀਏ ਕਿ ਤੁਸੀਂ ਹਰ ਇੱਕ ਚੀਜ਼ ਦੇਖੀ, ਘੁੰਮਣ ਫਿਰਨ ਤੋਂ ਲੈ ਕੇ ਪੈਸੇ ਤੋਂ ਲੈ ਕੇ, ਕਿਸੇ ਚੀਜ਼ ਦਾ ਸ਼ਿਕਵਾ ਰਿਹਾ ਕਦੇ ਕਿ ਆਖਰਕਾਰ ਇਹ ਚੀਜ਼ ਜੇ ਰਹਿ ਜਾਵੇ? ਵੈਸੇ ਤਾਂ ਪੁੱਛਣਾ ਬੜੀ ਬੇਮਾਨੀ ਜੀ ਆ, ਪਰ ਫਿਰ ਵੀ ਕਿਤੇ ਨਾ ਕਿਤੇ ਬੰਦੇ ਦੀਆਂ ਇੱਛਾਵਾਂ ਕਹਿੰਦੇ ਮੁੱਕਦੀਆਂ ਨਹੀਂ ਹੁੰਦੀਆਂ। ਵੈਸੇ ਸੱਚੀ ਦੱਸਾਂ ਜੀ, ਕੋਈ ਇੱਛਾ ਨਹੀਂ ਹੈਗੀ, ਪਰ ਜੇ ਤੁਸੀਂ ਮੰਨੋਗੇ ਨਹੀਂ, ਕਹਿੰਦੇ ਜੀ ਇਨਸਾਨ ਫੇਲ ਆ ਜਿਹਦੀ ਕੋਈ ਡਰੀਮ ਨਹੀਂ। ਤੁਹਾਡੇ ਕੋਲ ਪੈਸਾ ਹੋਵੇ ਤੇ ਤੁਹਾਡੇ ਕੋਲ ਜਿੰਨਾ ਮਰਜ਼ੀ, ਜੇ ਤੁਹਾਡੇ ਕੋਲ ਕੋਈ ਡਰੀਮ ਨਹੀਂ ਨਾ ਹੈਗੀ ਤਾਂ ਤੁਸੀਂ ਯੂ ਆਰ ਜ਼ੀਰੋ। ਇਨਸਾਨ ਦੀ ਡਰੀਮ ਹੋਣੀ ਚਾਹੀਦੀ ਹੈ,
ਤਾਂ ਡ੍ਰੀਮਸ ਮੇਰੀਆਂ ਆ ਕਿ ਮੈਂ ਕੋਈ ਨਾ ਕੋਈ ਕੰਮ ਫॉर ਥਰਡ ਵਰਲਡ ਕੰਟਰੀਜ਼। ਕਦੇ ਮੇਰਾ ਦਿਲ ਕਰਦਾ ਕਿ ਮੈਂ ਅਫਰੀਕਾ 'ਚ ਕੋਈ ਚੈਰੀਟੇਬਲ ਪ੍ਰੋਜੈਕਟ ਸ਼ੁਰੂ ਕਰਾਂ, ਕੋਈ ਅਫਰੀਕਨ ਕੰਟਰੀਜ਼ ਵਾਸਤੇ ਕੋਈ ਕੰਮ ਕਰੀਏ। ਕੋਈ ਜਿਹੜੀਆਂ ਹੁਣ ਇੰਡੀਆ ਦਾ ਇਸ ਵੇਲੇ ਬਹੁਤ ਤਰੱਕੀ ਕਰ ਗਿਆ ਜੀ, ਵੀ ਆਰ ਵੇ ਅਹੈਡ, ਆਪਾਂ ਦੁਨੀਆ ਨਾਲੋਂ ਬਹੁਤ ਅੱਗੇ ਹਾਂ। ਫਾਈਨੈਂਸ਼ਲੀ ਯੂਰਪ ਵਿੱਚ ਕ੍ਰਾਈਸਿਸ ਨੇ, ਅਮਰੀਕਾ 'ਚ ਕ੍ਰਾਈਸਿਸ ਨੇ, ਇੰਡੀਆ ਹਜੇ ਵੀ ਬਹੁਤ ਮੱਚ ਬੈਟਰ ਹੈ। ਤੇ ਬਾਕੀ ਹੋਰ ਮੁਲਕਾਂ ਦਾ ਹਾਲ ਦੇਖੋ ਤੁਸੀਂ, ਮਾਡਾਗਾਸਕਰ ਦਾ ਜਾ ਕੇ ਦੇਖੋ, ਕਿ ਅਫਰੀਕਾ ਦੇ ਕਈ ਮੁਲਕ ਦੇਖੋ ਜਿੱਥੇ ਲੋਕ ਰੋਟੀ ਤੋਂ ਵੀ ਤੰਗ ਨੇ, ਬਹੁਤ ਤੰਗ ਹੈ। ਸੋ ਬਹੁਤ ਮਨ ਕਰਦਾ ਵੀ ਉਹਨਾਂ ਕੰਟਰੀਜ਼ ਵਿੱਚ ਕੁਛ ਨਾ ਕੁਛ ਕਰੀਏ। ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਹੈ ਨਾ ਜੀ ਵਰਲਡ ਵਿੱਚ, ਉਹ ਆ ਰਹੀ ਹੈ ਜਿਹੜੀ ਮੈਡੀਕਲ ਲਾਈਨ ਹੈ ਨਾ ਜੀ, ਇਹਦੇ 'ਚ ਬਹੁਤ ਵੱਡੀ ਇੱਕ ਬੜੀ ਚੇਂਜ ਆ ਗਈ। ਮੈਨੂੰ ਯਾਦ ਹੈ ਅਸੀਂ ਲੋਕਾਂ ਨੂੰ ਕਹਿੰਦੇ ਹੁੰਦੇ ਸੀਗੇ ਕਿ ਹਿੰਦੁਸਤਾਨ 'ਚ 10 ਰੁਪਏ ਦਾ ਪੱਤਾ ਮਿਲ ਜਾਂਦਾ ਦਵਾਈ ਦਾ। ਹਿੰਦੁਸਤਾਨ ਦੇ ਵਿੱਚ ਸਾਡਾ ਇਲਾਜ ਹਸਪੀਟਲਾਂ 'ਚ ਫ੍ਰੀ ਹੁੰਦਾ, ਪਰ ਉਹ ਟਾਈਮ ਲੰਘ ਗਿਆ। ਹੁਣ ਤਾਂ ਇੰਡੀਆ ਇੰਨਾ ਮਹਿੰਗਾ ਹੋ ਗਿਆ। ਕੋਈ ਟਾਈਮ ਹੁੰਦਾ ਸੀ ਕਿ ਲੋਕ ਵਿਚਾਰੇ ਅਫਰੀਕਾ ਤੋਂ ਆ ਕੇ ਇੰਡੀਆ ਇਲਾਜ ਕਰਾ ਲੈਂਦੇ ਸੀਗੇ, ਹੁਣ ਤਾਂ ਉਹਨਾਂ ਨੂੰ ਇੰਡੀਆ ਕੇ ਇਲਾਜ ਕਰਾਉਣਾ ਔਖਾ ਹੋਇਆ ਹੋਇਆ। ਹੁਣ ਅਸੀਂ ਇਹ ਸੋਚ, ਅਫਰੀਕਾ 'ਚ ਵੀ ਬਹੁਤ ਮਹਿੰਗਾ ਹੈ ਜੀ ਮੈਡੀਸਿਨ। ਹੁਣ ਇੱਕ ਡ੍ਰੀਮ ਹੈ ਕਿ ਅਫਰੀਕਾ ਦੇ ਵਿੱਚ ਇੱਕ ਛੋਟੇ ਪੋਲੀਕਲੀਨਿਕਸ ਕਹਿ ਲਓ, ਛੋਟੇ ਸਮਾਲ ਹਸਪੀਟਲਸ ਕਹਿ ਲਓ, ਇਹਨਾਂ ਦੀ ਇੱਕ ਚੇਨ ਖੋਲ੍ਹਣ ਦੀ ਬੜੀ ਤਮੰਨਾ ਆ, ਜਿਹੜੀ ਕਿ ਮਤਲਬ ਚੈਰੀਟੇਬਲ ਹੋਏਗੀ, ਬਿਲਕੁਲ ਕਾਸਟ ਪ੍ਰਾਈਸ 'ਤੇ। ਬਟ ਇਹ ਕੰਮ ਅਫਰੀਕਾ 'ਚ ਕਰਨਾ ਚਾਹੁੰਦੇ ਆ ਕਿਉਂਕਿ ਉੱਥੇ ਲੋਕ ਵਿਚਾਰੇ ਅਨਨੈਸੈਸਰਲੀ ਜਿਹੜੀਆਂ ਡੈਥਸ ਹੋ ਰਹੀਆਂ ਇਸ ਵੇਲੇ, ਡੈਥ ਰੇਟ ਉਹਨਾਂ ਦਾ ਬਹੁਤ ਹਾਈ ਹੈ, ਉਹ ਜਸਟ ਬਿਕੋਜ਼ ਕਿ ਮੈਡੀਸਨ ਫੈਸਿਲਿਟੀ ਹੈ ਨਹੀਂ। ਬੁਰੇ ਹਾਲਾਤ ਨੇ। ਛੋਟੇ ਛੋਟੀਆਂ ਇਲਾਜ ਗੱਲਾਂ ਪਿੱਛੇ, ਕਿਸੇ ਬੰਦੇ ਦੀ ਬਾਂਹ 'ਤੇ ਫ੍ਰੈਕਚਰ ਹੋ ਗਿਆ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕਿੰਨੇ ਪੈਸੇ ਲੱਗ ਗਏ, ਉਹਨੇ ਪਲਸਤਰ ਕਰਨ ਦੇ ਤੇ ਉਹਦੇ ਪੈਸੇ 90,000 ਰੁਪਏ, ਇੰਡੀਅਨ 90,000 ਰੁਪਏ ਲੱਗ ਗਿਆ ਉਹਦਾ। ਇੰਨੇ ਜ਼ਿਆਦਾ ਮਹਿੰਗਾ। ਸੋ ਤੁਸੀਂ ਇਮੈਜਿਨ ਕਰੋ ਵੀ ਕਿੰਨੀ ਐਕਸਪੈਂਸਿਵ ਹੈ ਉੱਥੇ। ਨੋ ਡਾਊਟ ਇੰਡੀਆ ਵੀ ਕੋਈ ਹੁਣ ਅੱਜ ਕੱਲ੍ਹ ਸਸਤਾ ਨਹੀਂ ਰਹਿ ਗਿਆ, ਪਰ ਇਹਦੇ 'ਤੇ ਬੜਾ ਮਨ ਹੈ ਕਿ ਇਹ 'ਤੇ ਕੰਮ ਕੀਤਾ ਜਾਵੇ। ਥੋੜ੍ਹੀ ਜਿਹੀ ਪਲੈਨਿੰਗ ਸ਼ੁਰੂ ਕੀਤੀ ਹੈ, ਜੇ ਪਰਮਾਤਮਾ ਨੇ ਮਿਹਰ ਕੀਤੀ ਤਾਂ ਅਗਲੇ ਸਾਲ ਇੱਕ ਅਫਰੀਕਾ ਦੇ ਵਿੱਚ ਇੱਕ ਹਸਪੀਟਲ ਦੀ ਓਪਨਿੰਗ ਕਰਨ ਦੀ ਸੋਚ ਰਹੇ ਹਾਂ ਜੀ। ਨੋਤਾ ਜੀ, ਜਿਹੜਾ ਅਖੀਰ 'ਚ ਇੰਨਾ ਕੁ ਦੱਸ ਦਿਓ ਕਿ ਪੂਰਾ ਇੱਕ ਜੇ ਕਹੀਏ ਕਿ ਤੁਹਾਡੇ ਜਿਵੇਂ ਬਜ਼ੁਰਗਾਂ ਨੇ ਸ਼ੁਰੂਆਤ ਕਰੀ, ਉਸ ਤੋਂ ਬਾਅਦ ਵੱਧਦੀ ਚੀਜ਼ਾਂ ਇੱਥੇ ਤੱਕ ਅੱਜ ਤੁਸੀਂ ਜਿਸ ਮੁਕਾਮ ਤੇ ਪਹੁੰਚੇ ਹੋ, ਅੱਗੇ ਤੁਹਾਡੇ ਵੀ ਬੱਚੇ ਦੇਖਦੇ ਹੋਣੇ। ਪਰਿਵਾਰ ਨੇ, ਉਰੇ ਵਾਲੇ ਨੇ, ਉਰੇ ਹੁਣ ਜ਼ਿਆਦਾ ਸਮਾਂ ਬਿਤਾਉਂਦੇ ਹੋ ਜਾਂ ਉੱਥੇ? ਤੇ ਜੇ ਉਰੇ ਰਹਿੰਦੇ ਹੋ ਤਾਂ ਆਖਰਕਾਰ ਪਰਿਵਾਰ ਨੇ ਨਹੀਂ ਕਦੇ ਕਿਹਾ ਹੈਗਾ ਵੀ ਉਰੇ ਦਾ ਸਿਸਟਮ ਵਧੀਆ ਲੱਗਿਆ ਉਹਨਾਂ ਨੂੰ ਜਾਂ ਉੱਥੇ ਦਾ ਕਲਚਰ ਵਧੀਆ ਲੱਗਦਾ ਗਾ? ਦੇਖੋ, ਮੇਰਾ ਬੇਟਾ ਆ, ਮੇਰੀ ਡਾਟਰ ਇਨ ਲਾਅ ਆ, ਸਾਰੇ ਫੋਰਨ ਨੈਸ਼ਨਲ ਨੇ। ਡਾਟਰ ਇਨ ਲਾਅ ਮੇਰੀ ਕੋਲ ਬ੍ਰਿਟਿਸ਼ ਪਾਸਪੋਰਟ ਹੈ, ਪਰ ਸਾਡੇ ਬੱਚੇ, ਮੇਰੀਆਂ ਬੇਟੀਆਂ ਆ, ਦੋਨੋਂ ਵਿਆਹੀਆਂ ਹੋਈਆਂ ਆ। ਨਾ ਮੇਰੇ ਜਵਾਈਆਂ ਨੇ, ਨਾ ਮੇਰੀਆਂ ਬੇਟੀਆਂ ਨੇ। ਘੁੰਮਦੇ ਆ ਬਾਹਰ, ਸਾਰੀ ਦੁਨੀਆ ਘੁੰਮਦੇ ਆ। ਜੇ ਕਦੇ ਕਹਿਣਗੇ ਤਾਂ ਇਹੀ ਕਹਿਣਗੇ ਕਿ ਪਾਪਾ ਨੈਰੋਬੀ ਆਪਾਂ ਜਾਇਆ ਕਰੀਏ, ਅਫਰੀਕਾ ਜਾਇਆ ਕਰੀਏ, ਉੱਥੇ ਬੇਸ਼ੱਕ ਹੌਲੀਡੇ 2 ਮਹੀਨੇ ਲਾ ਆਈਏ, ਬੇਸ਼ੱਕ ਇੱਕ ਮਤਲਬ ਰਿਟਾਇਰਮੈਂਟ ਪਲਾਨ ਕਰ ਲਓ ਅਫਰੀਕਾ ਦੇ ਵਿੱਚ। ਬਟ ਯੂਰਪ, ਇੰਗਲੈਂਡ, ਅਮਰੀਕਾ ਸਾਡੀ ਫੈਮਿਲੀ 'ਚ ਕੋਈ ਜਾਣ ਨੂੰ ਤਿਆਰ ਨਹੀਂ। ਕਮਾਲ ਦੀ ਗੱਲ ਹੈ ਵੈਸੇ। ਕੋਈ ਜਾਣ ਨੂੰ ਤਿਆਰ ਨਹੀਂ, ਜਦਕਿ ਲੋਕ ਉਰੇ ਕਿੰਨੇ ਲੱਖਾਂ ਰੁਪਏ ਚੱਕੀ ਫਿਰਦੇ ਨੇ ਵੀ ਸਾਨੂੰ ਭੇਜ ਦਿਓ ਤੁਸੀਂ ਉੱਥੇ। ਪਿੱਛੇ ਜੇ ਤੁਸੀਂ ਸੁਣਿਆ ਹੋਣਾ ਅਫਗਾਨਿਸਤਾਨ ਦੀ ਇੰਨੀ ਪ੍ਰੋਬਲਮ ਆਈ, ਅਸੀਂ ਉੱਥੇ ਇੱਕ ਡੈਲੀਗੇਸ਼ਨ ਵੀ ਭੇਜਿਆ, ਤੇ ਉਹਦੇ ਵਿੱਚ ਮੈਂ ਇਹੀ ਬੇਨਤੀ ਕੀਤੀ ਸਾਰਿਆਂ ਨੂੰ ਕਿ ਅਫਗਾਨਿਸਤਾਨ ਵਾਲੇ ਲੋਕਾਂ ਨੂੰ ਵੀ ਮੈਂ ਇਹ ਰਿਕੁਐਸਟ ਕੀਤੀ ਕਿ ਜੇ ਤੁਸੀਂ ਯੰਗ ਏਜ ਵਿੱਚ ਹੋ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਇੰਗਲੈਂਡ, ਅਮਰੀਕਾ ਜਾਓ, ਤੁਸੀਂ ਇੰਡੀਆ ਨਾ ਆਓ। ਬਟ ਮੈਂ ਇੱਕ ਇੰਡੀਅਨ ਨੂੰ ਨਹੀਂ ਕਹਿੰਦਾ ਜਿਹੜਾ ਬੰਦਾ ਇੰਡੀਆ ਰਹਿੰਦਾ ਹੈ, ਕੋਈ ਇੰਡੀਆ 'ਚ ਓਪਰਚੁਨਿਟੀਜ਼ ਬਹੁਤ ਹੈ। ਤੁਹਾਡੀ ਮਦਰਲੈਂਡ ਹੈ, ਇੱਥੇ ਇੰਨੀ ਓਪਰਚੁਨਿਟੀ ਹੈ। ਤੁਸੀਂ 20 ਲੱਖ ਰੁਪਏ ਖਰਚ ਕੇ ਬਾਹਰ ਜਾਂਦੇ ਹੋ, ਤੁਸੀਂ ਇੱਥੇ 2-3 ਲੱਖ ਰੁਪਏ ਨਾਲ ਵਧੀਆ ਕੰਮ ਸ਼ੁਰੂ ਜਾਂਦਾ ਹੋ। ਨੋਤਾ ਜੀ, ਇੱਕ ਉਹ ਗੱਲ ਜ਼ਰੂਰ ਸੁਣਾ ਦਿਓ ਆਖਰ, ਜਿਹੜੀ ਤੁਸੀਂ ਸਾਨੂੰ ਪਹਿਲਾਂ ਸੁਣਾ ਰਹੇ ਸੀਗੇ ਕਿ ਜਦੋਂ ਪਾਣੀ ਨਾਲ ਨਹੀਂ ਆਟਾ ਗੁੰਨਿਆ, ਬੀਅਰ ਨਾਲ ਆਟਾ ਗੁੰਨਤਾ। ਮੇਰੇ ਨਾਨਾ ਜੀ ਠੇਕੇਦਾਰ ਸੀਗੇ ਅਫਰੀਕਾ ਦੇ ਵਿੱਚ, ਤਾਂ ਉਹਨਾਂ ਨੇ ਇੱਕ ਕੈਰਾਵੈਨ ਬਣਾਈ ਸੀ। ਤਾਂ ਮੇਰੀ ਮਦਰ ਦੱਸਦੀ ਹੈ ਕਿ ਛੁੱਟੀਆਂ ਸੀਗੀਆਂ ਤੇ ਛੁੱਟੀਆਂ 'ਚੋਂ ਕਹਿੰਦੇ ਚਲੋ ਜੰਗਲ 'ਚ ਕੰਮ ਚੱਲ ਰਿਹਾ ਤੇ ਆਪਾਂ ਚੱਲਦੇ ਹਾਂ। ਉਹ ਕੈਰਾਵਾਨ ਦੇ ਨਾਲ ਗੱਡੀ ਅੱਗੇ ਪਿਕਅਪ ਹੁੰਦੀਆਂ ਸੀਗੀਆਂ, ਨਾਲ ਬੰਨੀ ਤੇ ਚਲੇ ਗਏ ਜੰਗਲ 'ਚ। ਹਫ਼ਤੇ 10 ਦਿਨ ਦਾ ਕੰਮ ਸੀਗਾ, ਤੇ ਕਹਿੰਦੇ ਨਾਲੇ ਜੰਗਲ ਘੁੰਮਾਂਗੇ
ਤੇ ਰਾਤ ਨੂੰ ਕਹਿੰਦੇ ਅਸੀਂ ਨਾ ਅੱਗ ਬਾਲ ਲੈਂਦੇ ਸੀਗੇ ਕੈਰਾਵਾਨ ਦੇ ਆਲੇ ਦੁਆਲੇ ਤਾਂ ਕਿ ਹਾਥੀ ਹੋਤੀ ਵਗੈਰਾ ਕੋਈ ਅਟੈਕ ਨਾ ਕਰੇ। ਤੇ ਤੀਜੇ ਚੌਥੇ ਦਿਨ ਨਾ ਡਰਿੰਕਿੰਗ ਉਹ ਕਿਤੇ ਧਿਆਨ ਨਹੀਂ ਰਿਹਾ ਕਿ ਪਾਣੀ ਕਿੰਨਾ ਲੈ ਕੇ ਜਾਣਾ। ਬੱਚੇ ਨਾਲ ਸੀ, ਕਦੇ ਸੋਚਿਆ ਹੀ ਨਹੀਂ ਕਿ ਪਾਣੀ ਜ਼ਿਆਦਾ ਚਾਹੀਦਾ। ਉਹ ਪਾਣੀ ਮੁੱਕ ਗਿਆ ਜੀ ਪੀਣ ਵਾਲਾ। ਅੱਛਾ ਜੀ। ਤੇ ਉਹ ਰਾਤ ਨੂੰ ਪਤਾ ਲੱਗਿਆ ਪਾਣੀ ਮੁੱਕ ਗਿਆ। ਹੁਣ ਮੇਰੇ ਨਾਨਾ ਜੀ ਕਹਿੰਦੇ ਵੀ ਹੁਣ ਪਾਣੀ ਤਾਂ ਕੱਲ੍ਹ ਹੀ ਆਊਗਾ, ਅੱਜ ਤਾਂ ਆ ਨਹੀਂ ਸਕਦਾ। ਵੀ ਉਹ ਕਹਿੰਦੇ ਰਾਤ ਨੂੰ ਆਟਾ ਕਿੱਦਾਂ ਗੁੰਨੀਏ, ਤਾਂ ਉਹ ਕਹਿੰਦੇ ਬੀਅਰ ਪਈ ਸੀ, ਕਹਿੰਦੇ ਬੀਅਰ ਨਾਲ ਆਟਾ ਗੁੰਨ ਲਓ। ਤੇ ਯਾਨੀ ਕਿ ਕੰਮ ਚਲਾਇਆ ਕਿਹੜਾ ਵੀ ਕੰਮ ਫਸਣਾ ਨਹੀਂ ਚਾਹੀਦਾ। ਹਾਂਜੀ। ਤੇ ਮੇਰੀ ਮਦਰ ਦੱਸਦੇ ਆ ਕਿ ਉਹਨਾਂ ਨੇ ਸਾਨੂੰ ਕਿਹਾ ਬੀਅਰ ਨਾਲ ਆਟਾ ਗੁੰਨ ਲਓ, ਤੇ ਬੀਅਰ ਦੇ ਆਟੇ ਨਾਲ ਗੁੰਨ ਕੇ ਕਹਿੰਦੇ ਅਸੀਂ ਉਸ ਦਿਨ ਰਾਤ ਨੂੰ ਰੋਟੀ ਖਾਧੀ। ਤੇ ਉਹ ਦੱਸਦੇ ਕਹਿੰਦੇ ਬਹੁਤ ਮਤਲਬ ਇੰਟਰਸਟਿੰਗ ਬੜਾ ਮਤਲਬ ਜਿਹੜੇ ਟਾਈਮ ਹੈ ਨਾ ਜੀ, ਇਹ ਗੱਲਾਂ ਇਹ ਟਾਈਮ ਇਹ ਚੀਜ਼ਾਂ ਦੁਬਾਰਾ ਨਹੀਂ ਆ ਸਕਦੀਆਂ। ਬਿਲਕੁਲ ਵੰਡਰਫੁਲ ਐਕਸਪੀਰੀਅੰਸ ਆਫ ਲਾਈਫ ਹੈ ਜੀ। ਬਿਲਕੁਲ ਕਹਿ ਸਕਦੇ ਆ ਕਿ ਪਰਨੋਤਾ ਜੀ ਦੀ ਜੇ ਕਹਾਣੀ ਦੀ ਗੱਲ ਕਰਦੇ ਆ ਅੱਜ, ਇਹ ਸੁਣਾਉਣ ਦਾ ਮਕਸਦ ਵੀ ਇਹੀ ਸੀਗਾ। ਵਾਰੀ ਦੇਖੋ ਇਹਨਾਂ ਨੇ ਇੱਕ ਚੀਜ਼ ਕਹੀ, ਚਾਹੇ ਇਹ ਨੇ ਚਾਹੇ ਇਹਨਾਂ ਦੇ ਅੱਗੇ ਬੱਚੇ ਨੇ। ਚਲੋ ਇਹ ਤਾਂ ਕਹਿ ਸਕਦੇ ਆ ਵੀ ਪਰਨੋਤਾ ਜੀ ਦੀ ਖੁਦ ਦੀ ਖੁਸ਼ੀ ਹੋਵੇ ਕਿ ਮੈਂ ਇੰਡੀਆ ਰਹਿ ਲਾਂ, ਪਰ ਅੱਗੇ ਬੱਚਿਆਂ ਦਾ ਹੁੰਦਾ ਕਿ ਚਲੋ ਉਹਨਾਂ ਨੇ ਤਾਂ ਬਾਹਰ ਰਹਿਣਾ। ਵਾਰੀ ਸਾਰੀ ਕਹਾਣੀ ਦੇ ਵਿੱਚ ਜੇ ਦੇਖੀਏ ਜਿੱਥੇ ਇਹਨਾਂ ਦੀ ਮਿਹਨਤ ਦੀ ਆਖਰਕਾਰ ਸਿੱਖੀ ਸਰੂਪ ਕਰਕੇ ਕਿਸ ਤਰ੍ਹਾਂ ਦੇ ਨਾਲ ਜਾਣੇ ਜਾਂਦੇ ਨੇ, ਇਹ ਤਾਂ ਚੀਜ਼ਾਂ ਵੱਡੀਆਂ ਹੈਗੀਆਂ। ਪਰ ਨਾਲ ਤੁਸੀਂ ਦੇਖੋ ਕਹਿੰਦੇ ਬਾਹਰ ਅਸੀਂ ਜਾ ਕੇ ਰਾਜੀ ਨਹੀਂ ਹੈਗੇ, ਸਾਨੂੰ ਇੰਡੀਆ ਜਿੰਨਾ ਪਸੰਦ ਹੈਗਾ। ਇਹ ਚੀਜ਼ਾਂ ਦੀ ਗੌਰ ਇਸ ਕਰਕੇ ਕਰਨ ਦੀ ਲੋੜ ਹੈ ਕਿਉਂਕਿ ਵੈਸੇ ਤਾਂ ਇਹਨਾਂ ਦੀ ਕਹਾਣੀ ਬੜੀ ਖਾਸ ਹੈਗੀ ਆਪਣੇ ਆਪ ਦੇ ਵਿੱਚ ਕਿ ਜਦੋਂ ਸਿਲੈਕਟਡ ਉਹ ਲੋਕ ਜਿਹੜੇ ਦੁਨੀਆ ਦੇ ਵਿੱਚ ਜਾਣੇ ਜਾਂਦੇ ਹੁਣ ਉਹਨਾਂ ਦੇ ਵਿੱਚ ਨਾ ਹੋਵੇ, ਤੇ ਪਰ ਨਾਲ ਆਖਰ ਤੁਸੀਂ ਆਪਦੇ ਜਿਹੜੇ ਏਮ ਤੇ ਆਪਦੇ ਸਿਧਾਂਤ ਲੈ ਕੇ ਚੱਲਦੇ ਹੋ ਉਹ ਤਾਂ ਉਮਰ ਨਹੀਂ ਛੱਡਣੀ ਚਾਹੀਦੇ, ਭਾਵੇਂ ਪੈਸਾ ਹੋਵੇ ਨਾ ਹੋਵੇ। ਬੰਦੇ ਦੀ ਚੜ੍ਹਤ ਕਿੱਥੇ ਹੈ, ਕਿਉਂਕਿ ਉਹੀ ਸਿਧਾਂਤ ਨੇ ਫਿਰ ਜਿਹੜੇ ਹਰ ਚੀਜ਼ਾਂ ਤੁਹਾਨੂੰ ਮੁਕਾਮ ਤੱਕ ਪਹੁੰਚਾਉਂਦੇ ਨੇ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਮਿਸਿੰਗ ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।